प्रोग्राम देश प्रदेश के सारे ही दर्शकों को बलजिंदर सिंह अटवाल वालों सत श्री अकाल। आप साਰਿਆਂ ਦਾ ही प्रोग्राम ਦੇ ਵਿੱਚ ਨਿੱਘਾ ਤੇ ਹਾਰदिक स्वागत है। ਅੱਜ ਦੇ प्रोग्राम का वेरवा इस तरह है कि प्रोग्राम की शुरुआत ਦੇ ਵਿੱਚ ਲੜੀਵਾਰ धार्मिक सैगमेंट जिस ਦੇ ਵਿੱਚ जपजी साहब जी की 37ਵੀਂ पौड़ी का पाठ ਅਤੇ व्याख्या ਸਰਵਣ ਕਰਾਂਗੇ ਭਾਈ ਸਰਬਜੀਤ ਸਿੰਘ जी ਧੁੰਦਾ ਹੋਣਾ ਤੋਂ। दुनिया की सब तो वड्डी रैली जिहड़ी हुई ट्रैक्टर रैली किसान रैली दिल्ली दे विच 26 जनवरी ਨੂੰ ਹੋਈ ਉਸ ਦੀਆਂ ਹਾਈਲਾਈਟਸ ਪੇਸ਼ ਕੀਤੀਆਂ ਜਾਣਗੀਆਂ। ਜਿੱਥੇ ਜਿੱਥੇ ਵੀ ਭਾਰਤੀ ਖਾਸ ਤੌਰ ਤੇ ਪੰਜਾਬੀ ਬੈਠੇ ਹਨ, ਪੰਜਾਬ ਤੋਂ ਉੱਠਿਆ ਇਹ ਕਿਸਾਨੀ ਸੰਘਰਸ਼ ਕਿਸ ਤਰ੍ਹਾਂ ਸਾਡੇ ਪਰਿਵਾਰਾਂ ਨੂੰ NRIs ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਸ ਤੇ ਆਧਾਰਿਤ ਇੱਕ ਟੈਲੀ ਫਿਲਮ ਸ਼ਾਰਟ ਫਿਲਮ ਬਣੀ ਹੈ, ਉਹ ਵੀ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ। ਪੰਜਾਬ ਦਾ ਖੇਤੀ ਸੰਕਟ ਇਹ ਸਾਡਾ ਲੜੀਵਾਰ ਸੈਗਮੈਂਟ ਹੈ ਜੋ ਰਿਸ਼ੀ ਨਾਗਰ ਹੁਣੀ ਪੇਸ਼ ਕਰਦੇ ਹਨ। ਉਸ ਦੀ 5ਵੀਂ ਕਿਸ਼ਤ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ ਜਾਵੇਗੀ। ਕਿਸਾਨਾਂ ਦੇ ਮਸੀਹੇ ਵਜੋਂ ਜਾਣੇ ਜਾਂਦੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਚੌਟਾਲਾ ਦੇ ਪੋਤਰੇ ਅਭੈ ਚੌਟਾਲਾ ਜਿਹੜੇ ਕਿ MP ਵੀ ਰਹੇ ਹਨ ਤੇ MLA ਤੋਂ ਉਹਨਾਂ ਨੇ ਹੁਣੇ ਅਸਤੀਫਾ ਦਿੱਤਾ ਹੈ, ਉਹਨਾਂ ਦੇ ਨਾਲ ਹਰਜਿੰਦਰ ਸਿੰਘ ਥਿੰਦ ਉਹਨਾਂ ਦੀ ਇੱਕ ਖਾਸ ਗੱਲਬਾਤ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੈਲੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ और पिछले हफ्ते निकली एक किसान रैली जिहड़ी कि एपिसोड दे विच होई उस दियां हाईलाइट्स भी पेश कीतियां जाणगियां। यह है अज दा देश प्रदेश प्रोग्राम। कर्मखंड की बाणी जोर तिथै होर ना कोई होर, तिथै जोध महाबल सूर, तिन मह राम रहा भरपूर, तिथै सीतो सीता महिमा माहे, ताके रूप ना कथन जाहे, ना ओ मरै ना ठागे जाहे, जिन कै राम वसै मन माहे, तिथै भगत वसै कहलो, करै आनंद सच्चा मन सोय, सचखंड वसै निरंकार, कर कर वेखै नदर निहाल, तिथै खंड मंडल वर भंड, जे को कथै तां अंत न अंत, तिथै लो लो आकार, जिम जिम हुकम तिवै तिवकार, वेखै विगसै कर विचार, नानक कथना करड़ा सार। वाहिगुरू जी का खालसा वाहिगुरू जी की फतेह। जिवें कि आपां जी नूं पता ही है कि ये जिहड़ियां पौड़ियां हैं 34, 35, 36 ਅਤੇ 37 ਇਹਨਾਂ ਵਿੱਚ 4 ਪੌੜੀਆਂ ਵਿੱਚ ਗੁਰਦੇਵ ਜੀ ਨੇ ਧਰਮਖੰਡ ਦੀ ਗੱਲ, ਗਿਆਨਖੰਡ ਦੀ ਗੱਲ, ਸ਼ਰਮਖੰਡ ਦੀ ਗੱਲ, ਕਰਮਖੰਡ ਦੀ ਅਤੇ ਸੱਚਖੰਡ ਦੀ ਗੱਲ ਕੀਤੀ ਹੈ। ਇਹ 5 ਖੰਡ ਨੇ ਜਿਹੜੇ ਮਨੁੱਖ ਦੀ ਅਵਸਥਾ ਦੇ ਵੱਖ-ਵੱਖ ਪੜਾਅ ਨੇ। ਤਾਂ ਸਤਿਗੁਰੂ ਮਹਾਰਾਜ ਨੇ ਇੱਥੇ ਗੱਲ ਕਹਿ ਦਿੱਤੀ ਕਿ ਜਦੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਾਣਕਾਰੀ ਆਉਂਦੀ ਹੈ ਕਿ ਧਰਮ ਕਮਾਉਣਾ ਕੀ ਹੈ, ਫਿਰ ਉਦਮ ਕਰਦਾ, ਫਿਰ ਉਹ ਆਪਣੀ ਜੀਵਨ ਨੂੰ ਇੱਦਾਂ ਸਮਝਦਾ ਹੈ ਕਿ ਵੇਖੈ ਵਿਗਸੈ ਕਰ ਵਿਚਾਰ। ਉਹਨੂੰ ਸਮਝ ਆ ਜਾਂਦੀ ਹੈ ਕਿ ਉਹ ਮਾਲਕ ਆਪ ਹੀ ਇਸ ਸਮੁੱਚੀ ਕਾਇਨਾਤ ਨੂੰ ਵੇਖ ਰਿਹਾ ਹੈ ਅਤੇ ਵਿਗਸ ਰਿਹਾ ਹੈ। ਕਰ ਵਿਚਾਰ, ਉਹ ਆਪਣੇ ਹੁਕਮ ਦੀ ਵਿਚਾਰ ਨਾਲ ਇਸ ਕਾਇਨਾਤ ਨੂੰ ਚਲਾ ਰਿਹਾ ਹੈ। ਕੋਈ ਦੇਵੀ ਦੇਵਤਾ को अखौती बनाया होया भगवान नहीं चला रहा, सब कुछ उस मालिक की रजा में चल रहा है। हाँ, जिहड़ा उसकी रजा की पालना करता वो सचियारा बन जाता है, जिहड़ा उसकी रजा हुक्म की उलंघना करता वो नीच बन जाता है, वो बेमुख बन जाता है, वो अपनी जिंदगी च दुख खुद सहारता है। तो पातशाह इत्थे बख्शिश करते हैं, वेख है वो आप ही वेख रहा है समुची कायनात नूं, विगस है खेड़े च है। ਤਾਂ ਹੀ ਸਾਨੂੰ ਆਖਿਆ ਸੀ ਉਸ ਸੱਚ ਦੇ ਨਾਲ ਜੋੜੋ, ਗੁਣ ਪੈਦਾ ਕਰ, ਤੇਰੀ ਜ਼ਿੰਦਗੀ 'ਚ ਵੀ ਵਿਕਾਸ ਆ ਜਾਏਗਾ। ਅੱਜ ਵਿਕਾਸ ਮੁੱਕ ਗਿਆ, ਜ਼ਿੰਦਗੀ 'ਚੋਂ ਖੇੜਾ ਤਾਂ ਹੈ ਹੀ ਨਹੀਂ। ਅੱਜ ਤੇ ਬੰਦੇ ਨੇ ਹੱਸਣ ਵਾਸਤੇ ਕਿਸੇ ਨਾਟਕ ਦਾ ਆਸਰਾ ਲੈਣਾ ਪੈ ਰਿਹਾ, ਜ਼ਿੰਦਗੀ 'ਚੋਂ ਪਰਿਵਾਰਾਂ 'ਚੋਂ ਹਾਸੇ ਤੇ ਵੈਸੇ ਗਵਾ ਚੁੱਕੇ ਨੇ। ਤੇ ਲਾਗੇ ਬੱਚੇ ਬੈਠੇ ਸੋਚ ਰਹੇ ਹੁੰਦੇ ਨੇ ਇਹ ਜਿਹੜਾ ਹੁਣ ਹਾਸਾ ਹੱਸਦਾ ਸਾਡੇ ਨਾਲ ਕਿਉਂ ਨਹੀਂ ਹੱਸਦਾ, ਜਾਂ ਸਾਡੇ ਨਾਲ ਕਿਉਂ ਨਹੀਂ ਹੱਸਦੀ। ਕੋਈ ਹੋ ਸਕਦਾ, ਦਾਦਾ ਹੋ ਸਕਦਾ, ਦਾਦੀ ਹੋ ਸਕਦੀ, ਮਾਂ ਹੋ ਸਕਦੀ, ਪਿਤਾ ਹੋ ਸਕਦਾ। ਅਸੀਂ ਆਪਣੀ ਜ਼ਿੰਦਗੀ 'ਚੋਂ ਚੀਜ਼ਾਂ ਗਵਾ ਚੁੱਕੇ ਹਾਂ। ਐ ਮੱਥੇ 'ਤੇ ਤਿਊੜੀਆਂ ਪਈਆਂ ਨੇ, ਕਲਪੇ ਪਏ, ਖਿਜੇ ਪਏ, ਜਿਵੇਂ ਜ਼ਿੰਦਗੀ ਦਾ ਸਾਰਾ ਬੋਝ ਅਸੀਂ ਚੱਕਿਆ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਦੀ ਬਾਣੀ ਇੱਥੇ ਬਹੁਤ ਪਿਆਰੀ ਵਿਚਾਰ ਸਾਨੂੰ ਬਖਸ਼ਿਸ਼ ਕਰ ਰਹੀ ਹੈ। ਤੇ ਗੁਰਦੇਵ ਜੀ ਕਹਿੰਦੇ ਨੇ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਰ। ਹੇ ਨਾਨਕ, ਇਸ ਸਾਰੀ ਉਹਦੀ ਹੁਕਮ ਦੀ ਪਰਿਭਾਸ਼ਾ ਜੋ ਕਾਇਨਾਤ ਨੂੰ ਆਪਣੇ ਨੇਮ ਵਿੱਚ ਚਲਾ ਰਿਹਾ ਹੈ,
ਕਹਿਣਗੇ ਇਹਨੂੰ ਜੇ ਤੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਨਾਨਕ ਕਥਨਾ ਕਰੜਾ ਸਾਰ, ਸਾਰ ਮੈਨੂੰ ਲੋਹਾ। ਇਹ ਤੇ ਲੋਹਾ ਚੱਬਣ ਵਾਲੀ ਗੱਲ ਹੈ। ਪਹਿਲਾਂ ਧਰਮ ਦੀ ਗੱਲ ਆਈ ਹੈ, ਫਿਰ ਧਰਮ ਦੀ ਜਾਣਕਾਰੀ ਦੀ ਗੱਲ ਆਈ ਹੈ, ਫਿਰ ਉਦਮ ਦੀ ਗੱਲ ਆਈ ਹੈ, ਫਿਰ ਕਹਿੰਦੇ ਬਖਸ਼ਿਸ਼। ਹੁਣ ਬਖਸ਼ਿਸ਼ ਜੇ ਅਸੀਂ ਇੱਦਾਂ ਉਡੀਕੀ ਗਏ ਬਖਸ਼ਿਸ਼ ਹੋਏਗੀ ਤੇ ਆਹ ਕੰਮ ਕਰਾਂਗੇ, ਫਿਰ ਤੇ ਬੰਦਾ ਬਰੀ ਹੋ ਗਿਆ ਨਾ। ਫਿਰ ਤੇ ਬੰਦੇ ਕੋਲ ਬਹਾਨਾ ਬੜਾ ਤਗੜਾ ਹੈ, ਬਖਸ਼ਿਸ਼ ਹੋਈ ਨਹੀਂ, ਮੈਂ ਕੰਮ ਕੀਤਾ ਨਹੀਂ, ਬਖਸ਼ਿਸ਼ ਮੈਂ ਕੰਮ ਕਰ ਲਿਆ, ਬਖਸ਼ਿਸ਼ ਹੋਈ ਸੀ, ਕਰ ਲਿਆ ਮੈਂ। ਪਰ ਬਾਣੀ ਨੇ ਇੱਦਾਂ ਦੀ ਵਿਚਾਰ ਦਿੱਤੀ ਨਹੀਂ। ਬਾਣੀ ਨੇ ਸਿੱਧਾ ਕਿਹਾ ਹੈ ਕਿ ਬੀਜੇ ਬਿਖ ਮੰਗੇ ਅੰਮ੍ਰਿਤ। ਵੇਖੋ ਇਹਨੇ ਆਪੇ ਬੀਜ ਆਪੇ ਹੀ ਖਾਓ। ਤਾਂ ਪਾਤਸ਼ਾਹ ਇੱਥੇ ਕਹਿੰਦੇ ਕਰਮ ਖੰਡ ਕੀ ਬਾਣੀ ਜ਼ੋਰ। ਜਿਹੜੀ ਬਖਸ਼ਿਸ਼ ਵਾਲੀ ਅਵਸਥਾ ਹੈ ਨਾ, ਉਹ ਬੜੀ ਬਲ ਵਾਲੀ ਹੈ, ਬੜੀ ਤਾਕਤ ਵਾਲੀ ਹੈ। ਤੇ ਬਖਸ਼ਿਸ਼ ਕੀ ਹੈ? ਆਪਣੀ ਜ਼ਿੰਦਗੀ ਜਿਹੜੇ ਗੁਣ ਨੇ ਉਹਨਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ। ਬਖਸ਼ਿਸ਼ ਹੋਈ ਪਈ ਹੈ ਸਾਰਿਆਂ ਤੇ। ਉਸ ਬਖਸ਼ਿਸ਼ ਦੀ ਵਰਤੋਂ ਕੋਈ ਕਰੇ ਨਾ ਕਰੇ, ਇਹ ਮਨੁੱਖ ਦੀ ਆਪਣੀ ਮਰਜ਼ੀ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ। ਉਸ ਅਵਸਥਾ 'ਚ ਫਿਰ ਕੋਈ ਹੋਰ ਨਹੀਂ ਹੁੰਦਾ। ਉਸ ਅਵਸਥਾ 'ਚ ਰੱਬ ਤੋਂ ਬਿਨਾਂ ਹੋਰ ਉਹਨੂੰ ਕੋਈ ਦਿਸਦਾ ਹੀ ਨਹੀਂ। ਕਹਿੰਦਾ ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਤੇ ਫਿਰ ਤਿੱਥੇ ਜੋਧ ਮਹਾਬਲ ਸੂਰ। ਉਸ ਅਵਸਥਾ 'ਚ ਫਿਰ ਯੋਧੇ ਤੇ ਸੂਰਮੇ ਵਸਦੇ ਨੇ, ਕਿਉਂਕਿ ਇਹ ਵੀ ਬੜੀ ਸੂਰਮਤਾਈ ਹੈ। ਇਹ ਕੋਈ ਬਹਾਦਰੀ ਵਾਲੀ ਗੱਲ ਹੈ, ਕੋਈ ਮਾਮੂਲੀ ਗੱਲ ਥੋੜ੍ਹਾ। ਇੱਕ ਸੂਰਮਾ ਉਹ ਜਿਹੜਾ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੜਦਾ, ਉਹ ਵੀ ਕਿਸੇ ਸੂਰਮੇ ਨਾਲੋਂ ਘੱਟ ਨਹੀਂ ਜਿਹੜਾ ਬੁਰਾਈ ਨਾਲ ਲੜਦਾ। ਜਿਹੜਾ ਸੱਚ ਨਾਲ ਪਿਆਰ ਕਰਦਾ, ਉਹ ਕਿਸੇ ਸੂਰਮੇ ਨਾਲੋਂ ਘੱਟ ਥੋੜ੍ਹਾ। ਤਿੱਥੇ ਜੋਧ ਮਹਾਬਲ ਸੂਰ, ਉੱਥੇ ਉਸ ਅਵਸਥਾ ਫਿਰ ਯੋਧੇ ਮਹਾਬਲ ਸੂਰਮੇ ਵਸਦੇ ਨੇ। ਵਕਾਰਾਂ ਨਾਲ ਲੜਨ ਵਾਲਾ ਸੂਰਮਾ ਹੁੰਦਾ ਹੈ, ਬੁਰਾਈ ਨਾਲ ਲੜਨ ਵਾਲਾ ਸੂਰਮਾ ਹੁੰਦਾ ਹੈ। ਵਕਾਰਾਂ ਦੇ ਪਿੱਛੇ ਲੱਗ ਕੇ ਪਰਿਵਾਰਾਂ 'ਚ ਲੜਾਈਆਂ ਕਰਦੇ ਤੇ ਬਹੁਤ ਵੇਖੇ ਹੋਣੇ ਆਪਾਂ। ਪਰ ਵਕਾਰਾਂ ਨਾਲ ਟੱਕਰ ਲੈ ਕੇ ਪਰਿਵਾਰਾਂ ਨੂੰ ਇੱਕ ਸੂਤਰ 'ਚ ਪਰੋ ਕੇ ਰੱਖਣ ਵਾਲੇ ਉਹ ਟਾਵੇਂ ਯੋਧੇ ਹੁੰਦੇ ਨੇ। ਜਿਨ੍ਹਾਂ ਬੰਦਿਆਂ ਨੂੰ ਪੈਸੇ ਦੀ ਲੋੜ ਸੀ ਪਰ ਰਿਸ਼ਵਤ ਨਹੀਂ ਲਈ, ਲਾਲਚ ਨਾਲ ਲੜ ਪਏ, ਪਰ ਇਹ ਨਹੀਂ ਵੇਖਿਆ ਵੀ ਇਸ ਬੰਦੇ ਕੋਲ ਰਿਸ਼ਵਤ ਲੈ ਕੇ ਮੈਂ ਆਪਣਾ ਘਰ ਚਲਾਉਣਾ। ਹੈਗੇ ਨੇ ਸੂਰਮੇ, ਕਿਤੇ ਦੁਨੀਆ ਤੇ ਚੰਗਿਆਈ ਮੁੱਕ ਥੋੜ੍ਹਾ ਗਈ ਹੈ। ਉਹ ਠੀਕ ਹੈ, ਜਿਹੜਾ ਬੰਦਾ ਆਪ ਠੱਗ ਹੁੰਦਾ ਉਹਨੂੰ ਸਾਰੇ ਠੱਗ ਦਿਸਦੇ ਨੇ। ਇੱਥੇ ਜੋਧ ਮਹਾਬਲ ਸੂਰ, ਇਹ ਬਖਸ਼ਿਸ਼ ਵਾਲੀ ਜਿਹੜੀ ਅਵਸਥਾ ਹੈ ਨਾ, ਕਰਮ ਮੀਨ ਬਖਸ਼ਿਸ਼, ਇੱਥੇ ਸੂਰਮੇ ਵਸਦੇ ਨੇ। ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਉਹਨਾਂ 'ਚ ਫਿਰ ਰਾਮ ਇੱਦਾਂ ਰਮਿਆ ਹੁੰਦਾ। ਉਹ ਰਾਮ ਮਾਲਕ ਹਰ ਇੱਕ ਵਿੱਚ ਬਰਾਬਰ ਵਸਦਾ। ਕੋਈ ਉਹਦੇ ਨਾਲ ਸਾਂਝ ਪਾ ਲੈਂਦਾ, ਕੋਈ ਨਹੀਂ ਪਾਉਂਦਾ। ਵਸਦਾ ਤੇ ਸਾਰੇ ਅੰਦਰ ਹੈ। ਉਹਨਾਂ ਨੇ ਉਸ ਨੇਕ ਖਿਆਲ ਨਾਲ ਸਾਂਝ ਪਾ ਲਈ। ਇਹੋ ਬਖਸ਼ਿਸ਼, ਇਹੋ ਕਰਮਖੰਡ ਕੀ ਬਾਣੀ ਜ਼ੋਰ ਹੈ। ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਫਿਰ ਉਸ ਅਵਸਥਾ 'ਚ ਕਿਹੜੀ? ਕਰਮਖੰਡ ਵਾਲੀ 'ਚ, ਜਿੱਥੇ ਬਖਸ਼ਿਸ਼ ਹੀ ਬਖਸ਼ਿਸ਼ ਹੈ। ਤਿੱਥੇ ਸੀਤਾ ਮਹਿਮਾ ਮਾਏ। ਉੱਥੇ ਉਹਨਾਂ ਦਾ ਮਨ ਫਿਰ ਸੀਤਾ ਜਾਂਦਾ ਮਹਿਮਾ ਵਿੱਚ। ਐ ਸਿਵ ਸਲਾਹ ਵਿੱਚ ਇੱਦਾਂ ਸੀਤਾ ਜਿਹੜਾ ਜਿਵੇਂ ਕੱਪੜਾ ਫਟਿਆ ਹੋਇਆ ਇੱਕ ਦੂਜੇ ਨਾਲ ਸੀਨ ਦੇਈਦਾ। ਕਿਸ ਅਵਸਥਾ 'ਚ? ਕਰਮਖੰਡ ਕੀ ਬਾਣੀ ਜ਼ੋਰ ਵਾਲੀ 'ਚ। ਤਿੱਥੇ ਸੀਤਾ ਮਹਿਮਾ ਮਾਹੇ, ਕਹਿੰਦੇ ਤਾਕੇ ਰੂਪ ਨਾ ਕਥਨੇ ਜਾਹੇ। ਫਿਰ ਉਹਨਾਂ ਦਾ ਰੂਪ ਕਿਤੇ ਬਿਆਨ ਥੋੜ੍ਹਾ ਕੀਤਾ ਜਾ ਸਕਦਾ। ਅੱਜ ਬਾਹਰਲੇ ਰੂਪ 'ਤੇ ਅਸੀਂ ਡੁੱਲਦੇ ਹਾਂ। ਰੂਪ ਅੰਦਰਲਾ ਹੈ, ਸੁਭਾਅ ਦਾ, ਕਰਤਾਰ ਦਾ। ਫਿਰ ਅੱਗੇ ਕਹਿੰਦੇ ਨਾ ਉਹ ਮਰੇ ਨਾ ਠੱਗੇ ਜਾਏ। ਅੱਛਾ, ਉਹ ਮਰਦੇ ਨਹੀਂ? ਕਿਹੜੀ ਮੌਤ ਨਹੀਂ ਮਰਦੇ ਜੀ? ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਵੀ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਬੈਠੇ, ਜਿਹਨਾਂ ਸਿੱਖਾਂ ਦਾ ਅਸੀਂ ਨਾਂ ਲੈਂਦੇ ਪੰਜਾਂ ਪਿਆਰਿਆਂ 'ਚੋਂ। ਫਿਰ ਕਿਹੜੀ ਮੌਤ ਦੀ ਗੱਲ ਹੋ ਰਹੀ ਹੈ? ਇੱਥੇ ਆਤਮਿਕ ਮੌਤ ਦੀ ਗੱਲ ਹੋ ਰਹੀ ਹੈ। ਉਹ ਵਕਾਰਾਂ ਵਿੱਚ ਮਰਦੇ ਨਹੀਂ। ਉਹਨਾਂ ਨੂੰ ਲਾਲਚ ਮਾਰ ਥੋੜ੍ਹਾ ਪਾਉਂਦਾ ਵੀ ਲਾਲਚ ਮਾਰ ਦੂ ਅੰਦਰੋਂ। ਨਾ ਉਹ ਮਰੇ, ਆਤਮਿਕ ਤੌਰ 'ਤੇ ਮਰਦੇ ਨੇ। ਤੇ ਨਾ ਠੱਗੇ ਜਾਹੇ, ਨਾ ਉਹ ਠੱਗੇ ਜਾਂਦੇ। ਕਿਹਦੇ ਕੋਲੋਂ ਠੱਗ ਨਹੀਂ ਜਾਂਦੇ ਭਲਾ? ਹੋ ਸਕਦਾ ਦੋਸਤ ਉਹਨਾਂ ਨੂੰ ਠੱਗੀ ਮਾਰ ਲਵੇ। ਕਈ ਹੁੰਦੇ ਨੇ ਤਾਂ ਦੋਸਤ ਠੱਗੀ ਮਾਰ ਲੈਂਦੇ, ਉਹ ਉਹਨਾਂ ਨੂੰ ਭੋਲਾ ਸਮਝ ਕੇ। ਕਈ ਭਰਾਵਾਂ ਨਾਲ ਠੱਗੀਆਂ ਮਾਰ ਜਾਂਦੇ ਨੇ। ਪਰ ਮਜਾਲ ਕੀ ਉਹਨਾਂ ਨੂੰ ਕੋਈ ਵਕਾਰ ਉਹਨਾਂ ਨੂੰ ਠੱਗ ਲਵੇ। ਨਾ ਉਹ ਮਰੇ, ਨਾ ਉਹ ਆਤਮਿਕ ਤੌਰ 'ਤੇ ਮਰਦੇ ਨੇ, ਨਾ ਠੱਗੇ ਜਾਹੇ, ਤੇ ਨਾ ਉਹ ਕਿਸੇ ਵਕਾਰ ਹੱਥੋਂ ਠੱਗੇ ਜਾਂਦੇ ਨੇ। ਠੱਗਦਾ ਕੌਣ ਹੈ? ਕਿਸੇ ਨੂੰ ਕਾਮ ਠੱਗ ਲੈਂਦਾ। ਅੱਛਾ, ਬਾਹਰਲਿਆਂ ਠੱਗਾਂ ਬਾਰੇ ਤਾਂ ਬੜਾ ਰੌਲਾ ਪਾਉਂਦੇ ਵੀ ਸਾਨੂੰ ਫਲਾਣੇ ਰਿਸ਼ਤੇਦਾਰ ਨੇ ਠੱਗ ਲਿਆ, ਸਾਨੂੰ ਮੇਰਾ ਭਰਾ ਠੱਗ ਨਿਕਲਿਆ, ਮੇਰਾ ਕੁੜਮ ਠੱਗ ਨਿਕਲਿਆ, ਮੇਰਾ ਸਾਂਢੂ ਠੱਗ ਨਿਕਲਿਆ, ਮੇਰਾ ਕੋਈ ਬੌਸ ਠੱਗ ਨਿਕਲਿਆ, ਮੇਰਾ ਇੱਦਾਂ ਕਹਿੰਦੇ ਹਾਂ ਅਸੀਂ ਵੀ ਉਹ ਠੱਗ ਨਿਕਲਿਆ। ਕਦੀ ਕਿਸੇ ਨੇ ਕਿਹਾ ਲਾਲਚ ਠੱਗ ਨਿਕਲਿਆ, ਕ੍ਰੋਧ ਠੱਗ ਨਿਕਲਿਆ, ਕਾਮ ਵਾਸ਼ਨਾਵਾਂ ਠੱਗ ਨਿਕਲੀਆਂ, ਜਿਹਨੇ ਮੈਨੂੰ ਸਮਾਜ ਵਿੱਚ ਬਹਿਣ ਜੋਗਾ ਛੱਡਿਆ ਹੀ ਨਹੀਂ। ਭਰਾ ਲਾਗੇ ਬਹਿਣ ਜੋਗਾ ਛੱਡਿਆ ਹੀ ਨਹੀਂ। ਲਾਲਚ ਠੱਗ ਨਿਕਲਿਆ, ਲਾਲਚ ਨੇ ਮੈਨੂੰ ਠੱਗ ਲਿਆ। ਤਾਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਨਕੇ ਰਾਮ ਵਸੈ ਮਨ ਮਾਹੇ, ਫਿਰ ਤਿੱਥੇ ਭਗਤ ਵਸੈ ਕਹਿ ਲੋ। ਉਸ ਅਵਸਥਾ 'ਚ ਨਾ ਫਿਰ ਸਮਝ ਆ ਜਾਂਦੀ ਹੈ ਵੀ ਕਈ ਲੋਆਂ ਦੇ ਵਿੱਚ ਕਈ ਤਰ੍ਹਾਂ ਦੇ ਭਗਤ ਵਸਦੇ ਨੇ। ਕਿਹੜੇ ਭਲਾ? ਖੇਤਾਂ 'ਚ ਕੰਮ ਕਰਨ ਵਾਲਾ ਵੀ ਭਗਤ,
ਸਕੂਲ 'ਚ ਪੜ੍ਹਾਉਣ ਵਾਲਾ ਵੀ ਭਗਤ, ਹੌਸਪੀਟਲ 'ਚ ਇਲਾਜ ਕਰਨ ਵਾਲਾ ਕੋਈ ਡਾਕਟਰ, ਕੋਈ ਸਾਡੀ ਨਰਸ ਭੈਣ ਉਹ ਵੀ ਭਗਤ, ਘਰ 'ਚ ਪ੍ਰਸ਼ਾਦਾ ਪਕਾਉਣ ਵਾਲੀ, ਕੋਈ ਫੈਕਟਰੀ ਚਲਾਉਣ ਵਾਲਾ, ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢਣ ਵਾਲਾ ਕੋਈ ਮੋਚੀ। ਬਾਣੀ ਕਹਿੰਦੀ ਹੈ ਹੋ ਸਕਦਾ ਉਹ ਭਗਤ ਹੋਵੇ। ਕਿਉਂ? ਹੋ ਸਕਦਾ ਉਹਦੇ ਵਿੱਚ ਉਹ ਗੁਣ ਹੋਣ। ਤੋ ਪਾਸ਼ਾ ਕਹਿੰਦੇ ਇਸ ਅਵਸਥਾ 'ਚ ਫਿਰ ਕਈ ਕਿਸਮ ਦੇ ਭਗਤ ਵਸਦੇ ਨੇ। ਫਿਰ ਕਹਿੰਦੇ ਕਰੇ ਆਨੰਦ, ਉਹਨਾਂ ਦਾ ਜੀਵਨ ਆਨੰਦ ਨਾਲ ਭਰਿਆ ਰਹਿੰਦਾ ਹੈ, ਸੱਚਾ ਮਨ ਸੋਏ, ਕਿਉਂਕਿ ਮਨ ਵਿੱਚ ਸੱਚ ਵਸਦਾ ਹੈ ਨਾ, ਸੱਚੇ ਨੇਕ ਖਿਆਲਾਂ ਮੁਤਾਬਕ ਜ਼ਿੰਦਗੀ ਜਿਉਂਦੇ ਨੇ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਸੱਚਖੰਡ ਵਸੇ ਨਿਰੰਕਾਰ। ਹੁਣ ਕਰਮਖੰਡ ਤੋਂ ਬਾਅਦ ਅੱਗੇ ਸੱਚਖੰਡ ਵਾਲਾ ਪੜਾਅ ਆ ਗਿਆ। ਇੱਥੇ ਫਿਰ ਸੱਚਖੰਡ ਵਸੇ ਨਿਰੰਕਾਰ, ਉਸ ਖੰਡ ਵਿੱਚ ਫਿਰ ਨਿਰੰਕਾਰ ਹੀ ਵਸਦਾ। ਫਿਰ ਹੁਣ ਇੱਥੇ ਸੱਚਖੰਡ, ਹੁਣ ਵੇਖੋ ਧਰਮਖੰਡ ਵੀ ਇੱਥੇ, ਗਿਆਨ ਖੰਡ ਸਮਝ ਆ ਗਈ, ਉਦਮ ਕੀਤਾ ਸੁਰਤ ਮਤ ਘੜੀ ਗਈ, ਬਖਸ਼ਿਸ਼ ਆ ਰੂਪ ਬਣ ਗਿਆ, ਸੱਚਖੰਡ ਵਸੇ ਨਿਰੰਕਾਰ। ਅਤੇ ਉਹਨੂੰ ਕਰ ਕਰ ਵੇਖਿਆ ਨਦਰ ਨਿਹਾਲ, ਉਹਨੂੰ ਸਮਝ ਆ ਜਾਂਦੀ ਹੈ। ਉਹ ਕਰ ਕਰਕੇ, ਪੈਦਾ ਕਰ ਕਰਕੇ ਆਪ ਹੀ ਆਪਣੀ ਹੁਕਮ ਦੇ ਰਾਹੀਂ ਸਮੁੱਚੀ ਕਾਇਨਾਤ ਦੀ ਨਿਗਰਾਨੀ ਰੱਖ ਰਿਹਾ। ਜਿਹੜਾ ਉਹਦੇ ਹੁਕਮ ਦੀ ਪਾਲਣਾ ਕਰਦਾ ਉਹ ਸਚਿਆਰਾ ਬਣ ਜਾਂਦਾ, ਜਿਹੜਾ ਉਹਦੇ ਹੁਕਮ ਦੀ ਉਲੰਘਣਾ ਕਰਦਾ ਉਹਦੇ ਬਾਰੇ ਆਪਾਂ ਜਪ ਬਾਣੀ ਦੀ ਦੂਜੀ ਪੌੜੀ 'ਚ ਪੜ੍ਹੀ ਆਏ। ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਏ। ਕਰ ਕਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਪੰਡ। ਫਿਰ ਉਸ ਅਵਸਥਾ ਜਾ ਕੇ ਉਹਨੂੰ ਸਮਝ ਆ ਜਾਂਦੀ ਹੈ ਖੰਡ ਮੰਡਲ ਵਰ ਪੰਡ, ਹਰ ਥਾਂ 'ਤੇ ਉਹ ਆਪ ਵਿਆਪਕ ਹੈ। ਕੋਈ ਥਾਂ ਹੈ ਨਹੀਂ, ਜਲ ਥਲ ਮਹੀਲ ਪੂਰਿਆ ਰਵਿਆਂ ਵਿੱਚ ਬਣਾ। ਕਿਤੇ ਜੇ ਕੋਈ ਕਥੇ ਤਾਂ ਅੰਤ, ਤੇ ਜੇ ਕੋਈ ਇਸ ਰਾਹ ਤੁਰ ਪਵੇ ਕਿ ਮੈਂ ਤਾਂ ਹੁਣ ਅੰਤ ਪਾ ਕੇ ਵੇਖਣਾ, ਕਹਿੰਦੇ ਇਹ ਤਾਂ ਫਿਰ ਲੋਹਾ ਚੱਬਣ ਵਾਲੀ ਗੱਲ ਹੀ ਹੈ। ਫਿਰ ਲੋਹਾ ਚੱਬਿਆ ਨਹੀਂ ਜਾਣਾ, ਨਾ ਤੇਰੇ ਕੋ ਅੰਤ ਪੈਣਾ। ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋਆ ਕਰ। ਉਸ ਅਵਸਥਾ ਜਾ ਕੇ ਸੱਚਖੰਡ ਵਾਲੀ 'ਚ ਫਿਰ ਉਹਨੂੰ ਹਰ ਆਕਾਰ ਵਿੱਚ, ਹਰ ਲੋਹ 'ਚ ਲੋ ਲੋ ਆਕਾਰ, ਆਕਾਰ ਮੀਨ ਉਹਨੂੰ ਹਰ ਥਾਂ 'ਤੇ ਉਹ ਮਹਿਸੂਸ ਹੁੰਦਾ ਹੈ। ਫਿਰ ਤਾਂ ਹੀ ਤਾਂ ਉਹ ਸੱਤ ਨਾਮ ਹੈ, ਹੋਂਦ ਵਾਲਾ ਹੈ, ਸਦੀਵ ਹੋਂਦ ਵਾਲਾ ਹੈ। ਕਰਦੇ ਨੇ ਆਓ ਪਾਤਸ਼ਾਹ ਦੀ ਬਾਣੀ ਨੂੰ ਸਮਝੀਏ ਧਿਆਨ ਨਾਲ। ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ, ਉਹਨੂੰ ਫਿਰ ਸਮਝ ਆ ਜਾਂਦੀ ਹੈ ਜਿਵੇਂ ਜਿਵੇਂ ਮੈਂ ਉਹਦੇ ਹੁਕਮ ਦੀ ਪਾਲਣਾ ਕਰਦਾ, ਤਿਵੇਂ ਤਿਵੇਂ ਆਪਣੀ ਜ਼ਿੰਦਗੀ ਦਾ ਮੈਂ ਕਾਰ ਵਿਹਾਰ ਕਰ ਰਿਹਾ। ਜਿਵੇਂ ਜਿਵੇਂ ਹੁਕਮ, ਜਿਵੇਂ ਜਿਵੇਂ ਉਹ ਮੈਨੂੰ ਚੰਗਾ ਖਿਆਲ, ਚੰਗੇ ਜਿਹੜੇ ਗੁਣ ਮੈਨੂੰ ਪ੍ਰੇਰਨਾ ਦਿੰਦੇ ਨੇ, ਮੈਂ ਉਹਦੀ ਆਖੇ ਲੱਗਦਾ। ਹੁਣ ਆਪਣੀ ਜ਼ਿੰਦਗੀ ਦਾ ਕਾਰ ਵਿਹਾਰ ਵੀ ਉਹਦੇ ਮੁਤਾਬਕ ਹੀ ਮੈਂ ਕਰਦਾ। ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ, ਵੇਖੇ ਵਿਕਸੇ ਕਰ ਵਿਚਾਰ। ਉਹਨੂੰ ਸਮਝ ਆ ਜਾਂਦੀ ਹੈ ਉਹ ਵੇਖ ਰਿਹਾ ਹੈ, ਵਿਕਸ ਰਿਹਾ ਹੈ, ਕਰ ਵਿਚਾਰ ਆਪਣੇ ਹੁਕਮ ਨਾਲ ਸਾਰੀ ਕਾਇਨਾਤ ਨੂੰ ਚਲਾ ਰਿਹਾ। ਨਾਨਕ ਕਥਨਾ ਕਰੜਾ ਸਾਰ। ਪਰ ਇਸ ਅਵਸਥਾ ਨੂੰ ਬਿਆਨ ਕਰਨਾ ਔਖਾ ਹੈ। ਜੇ ਤੂੰ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਔਖਾ। ਹਾਂ, ਤੇਰਾ ਕਰਮ, ਤੇਰਾ ਫਰਜ਼ ਕੀ ਹੈ? ਤੂੰ ਸਭ ਤੋਂ ਪਹਿਲਾਂ ਧਰਮ ਕਮਾਉਣਾ ਕੀ ਹੈ ਇਹਦੀ ਜਾਣਕਾਰੀ ਲੈ, ਫਿਰ ਜ਼ਿੰਦਗੀ 'ਚ ਸ਼ਰਮਖੰਡ ਉਦਮ ਕਰ, ਫਿਰ ਤੂੰ ਬਖਸ਼ਿਸ਼ ਦਾ ਪਾਤਰ ਬਣੇਗਾ, ਅਤੇ ਫਿਰ ਸੱਚਖੰਡ ਵਸੇ ਨਿਰੰਕਾਰ। ਵੇਖਿਆ ਵਿਕਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਤੂੰ ਆਪਣੀ ਜ਼ਿੰਦਗੀ 'ਚ ਸਚਿਆਰੇ ਦਾ ਰੂਪ ਬਣ। ਤੇ ਜੇ ਤੂੰ ਇਹ ਕਵੇਂ ਮੈਂ ਉਹਦਾ ਅੰਤ ਪਾਉਣਾ ਹੈ, ਇਹ ਤਾਂ ਲੋਹਾ ਚੱਬਣ ਵਾਲੀ ਗੱਲ ਹੋਏਗੀ। ਤੇਰਾ ਜ਼ਿੰਦਗੀ ਦਾ ਮਕਸਦ ਹੈ ਸੱਚੇ ਦਾ ਰੂਪ ਬਣਨ ਵਾਸਤੇ ਆਪਣੀ ਜ਼ਿੰਦਗੀ 'ਚ ਕੁਆਲਿਟੀ ਲੈ ਕੇ ਆ, ਆਪਣੀ ਜ਼ਿੰਦਗੀ 'ਚ ਗੁਣ ਧਾਰਨ ਕਰ, ਤਾਂ ਕਿ ਤੇਰਾ ਜੀਵਨ ਖੂਬਸੂਰਤ ਬਣ ਜਾਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਧਰਤੀ ਤੋਂ ਉੱਠਿਆ ਕਿਸਾਨੀ ਸੰਘਰਸ਼ ਦੁਨੀਆ ਦੇ ਸਭ ਤੋਂ ਵੱਡੇ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੈ ਔਰ 26 ਜਨਵਰੀ ਨੂੰ ਕੀ ਹੋਵੇਗਾ ਇਸ ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਇਹ ਜਿਹੜਾ ਨਵਾਂ ਇਤਿਹਾਸ ਸਿਰਜ ਰਿਹਾ ਹੈ ਇਸ ਸੰਘਰਸ਼, ਇਸ ਦੇ ਵਿੱਚ ਉਹ ਕੁਝ ਹੋ ਰਿਹਾ ਹੈ ਜੋ ਕਦੇ ਵੀ ਨਹੀਂ ਹੋਇਆ ਔਰ ਖ਼ਾਸ ਤੌਰ ਤੇ 26 ਜਨਵਰੀ ਨੂੰ ਜੋ ਕੁਝ ਸੋਚਦੇ ਸੀ ਉਹ ਵੀ ਹੋਇਆ, ਜਿਸ ਦਾ ਡਰ ਸੀ ਉਹ ਵੀ ਹੋਇਆ ਔਰ ਜਿੰਨੇ ਲੋਕਾਂ ਜਾਂ ਟਰੈਕਟਰਾਂ ਦੇ ਆਉਣ ਦੀ ਆਸ ਸੀ ਉਸ ਤੋਂ ਕਿਤੇ ਵੱਧ ਇਸ ਦੇ ਵਿੱਚ ਸ਼ਮੂਲੀਅਤ ਹੋਈ। ਹਾਜ਼ਰ ਕਰਨ ਜਾ ਰਹੇ ਹਾਂ 26 ਜਨਵਰੀ ਦੀ ਇਸ ਟਰੈਕਟਰ ਰੈਲੀ ਦੀਆਂ ਕੁਝ ਝਲਕੀਆਂ। ਕਿਸਾਨਾਂ ਦੀ ਪਰੇਡ ਚੱਲ ਰਹੀ ਹੈ। ਅੱਜ ਅਸੀਂ ਕਿਸਾਨਾਂ ਦੀ ਪਰੇਡ ਨੂੰ ਸ਼ੇਅਰ ਕਰਨਾ ਦੁਨੀਆ ਦੇ ਕੋਨੇ ਕੋਨੇ।
ਰਹਿਣ ਪੰਥ ਮਹਾਰਾਜ ਕੇ ਝੂਲ ਦੇ ਨਿਸ਼ਾਨ ਰਹਿਣ ਪੰਥ ਦੀਪ ਸਿੱਧੂ ਮੁਰਦਾਬਾਦ ਏਜੰਸੀਆਂ ਦੇ ਯਾਰ ਮੁਰਦਾਬਾਦ 26 ਜਨਵਰੀ ਤੋਂ ਪਹਿਲਾਂ ਇੱਕ ਗੱਲ ਘੁੰਮੀ ਗੁਰਪਤਵੰਤ ਪੰਨੂ ਨੇ ਕਿਹਾ ਕਿ ਜਿਹੜਾ ਉਧਰ ਝੰਡਾ ਚਲਾਊਗਾ ਉਹਨੂੰ 2.5 ਲੱਖ ਡਾਲਰ ਦਿੱਤਾ ਜਾਊਗਾ ਤੇ ਦੱਸੋ 2.5 ਲੱਖ ਡਾਲਰ ਚੋਂ ਕਿੰਨਾ ਕਿੰਨਾ ਵੰਡਿਆ ਤੁਸੀਂ ਇਸ ਲਹਿਰ ਦੇ ਗਦਾਰੋ ਦੱਲਿਓ ਦੱਸੋ ਦੱਲਿਓ ਕਿੰਨਾ ਕਿੰਨਾ ਪੈਸਾ ਵੰਡਿਆ ਤੁਸੀਂ ਇਤਿਹਾਸ ਦੀ ਪਿੱਠ ਛੁਰਾ ਮਾਰਨ ਚੱਲੇ ਸੀਗੇ ਪਰ ਇਤਿਹਾਸ ਮਾਫ ਨਹੀਂ ਕਰੂਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਇਆ ਤੁਹਾਡੇ ਚਿਹਰੇ ਤੇ ਇਤਿਹਾਸ ਨੇ ਕਾਲਖ ਮਲਤੀ ਤੁਸੀਂ ਏਜੰਸੀਆਂ ਦੇ ਦੱਲੇ ਨਿਕਲੇ 15 ਦਿਨ ਬਾਅਦ ਆਏ ਦਿੱਲੀ ਸਾਡੇ ਤੋਂ ਅੱਗੇ ਬਿਠਾਇਆ ਤੁਹਾਨੂੰ ਸਾਡੇ ਵਾਸਤੇ ਬੈਰੀਗੇਟ ਸਾਡੇ ਤੋਂ ਅੱਗੇ ਲੰਘ ਕੇ ਕਿਵੇਂ ਬੈਠ ਗਏ ਬਿਠਾਇਆ ਤੁਹਾਨੂੰ ਰਾਹ ਦਿੱਤਾ ਜਿੱਧਰ ਜਾਣਾ ਚਾਹੁੰਦੇ ਸੀ ਉਹ ਕਿੰਨੇ ਦਿੱਤਾ ਇੱਥੋਂ ਦੀ ਪੁਲਿਸ ਨੇ ਅਮਿਤ ਸ਼ਾਹ ਨੇ ਔਰ ਲਾਲ ਕਿਲੇ ਤੱਕ ਜਿੱਥੇ 26 ਜਨਵਰੀ ਨੂੰ ਛੱਡੋ ਅੱਗੇ ਕੋਈ ਪਰਿੰਦਾ ਪਰ ਨਹੀਂ ਮਾਰਦਾ ਸਾਡਾ ਦੋਸਤ ਜਾ ਕੇ ਆਇਆ ਇੱਕ 21 ਜਨਵਰੀ ਨੂੰ ਬੈਰੀਗੇਟਿੰਗ ਲੱਗੀ ਹੋਈ ਆ 25 ਜਨਵਰੀ ਨੂੰ ਕੁਛ ਨਹੀਂ ਜਿੱਥੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਝੰਡਾ ਲਹਿਰਾ ਕੇ ਗਏ 1.5 ਘੰਟੇ ਬਾਅਦ ਉੱਥੇ ਕੋਈ ਵੀ ਜਾ ਸਕਦਾ ਉੱਥੇ ਕੋਈ ਵੀ ਝੰਡਾ ਲਹਿਰਾ ਸਕਦਾ ਇਹ ਕਿਉਂ ਕੀਤਾ ਇਹ ਸਾਜ਼ਿਸ਼ ਨੂੰ ਸਮਝਣ ਦੀ ਜ਼ਰੂਰਤ ਆ ਉਹਨਾਂ ਨੂੰ ਦੱਸ ਦਈਏ ਕਿ ਹਨੇਰਾ ਜਿੰਨਾ ਮਰਜ਼ੀ ਹੋਵੇਗਾ ਨਾ ਉਹ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦਾ ਹੁੰਦਾ ਸੂਰਜ ਨੇ ਚੜ੍ਹ ਕੇ ਰਹਿਣਾ ਹੁੰਦਾ ਉਹ ਸਰਦਾਰ ਨਹੀਂ ਸੀਗੇ ਉਹ ਗੱਦਾਰ ਸੀਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਜੀ ਸਰਵਨ ਸਿੰਘ ਪੰਦੇਰ ਜੀ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਪੰਦੇਰ ਸਾਹਿਬ ਜਿਹੜੀ ਕੱਲ ਘਟਨਾ ਹੋਈ ਹੈ ਲਾਲ ਕਿਲੇ ਦੇ ਵਿੱਚ ਉਹਦੇ ਬਾਰੇ ਅਗਰ ਗੱਲਬਾਤ ਕੀਤੀ ਜਾਵੇ ਸਾਰੇ ਜਥੇਬੰਦੀਆਂ ਵੱਲੋਂ ਸਾਰੇ ਆਗੂਆਂ ਵੱਲੋਂ ਸਭ ਕੁਝ ਤੁਹਾਡੇ ਉੱਤੇ ਪਾ ਦਿੱਤਾ ਗਿਆ ਕਿ ਜਿਹੜੀ ਰਿਸਪੌਂਸਿਬਿਲਿਟੀ ਕੱਲ ਲਈ ਜਾਵੇਗੀ ਉਹ ਸਵਰਨ ਸਿੰਘ ਪੰਦੇਰ ਜੀ ਹੋਣਾ ਵੱਲੋਂ ਲਈ ਜਾਵੇਗੀ ਹੋਰ ਕਿਸੇ ਦੀ ਨਹੀਂ ਹੋਏਗੀ ਇਹਦੇ ਬਾਰੇ ਤੁਹਾਡਾ ਕੀ ਆਪਣਾ ਸਪਸ਼ਟੀਕਰਨ ਕੀ ਹੈ ਜਦੋਂ ਅਸੀਂ ਰਿੰਗ ਰੋਡ ਦੇ ਸੀ ਦੀਪ ਸਿੰਘ ਸਿੱਧੂ ਨੂੰ ਲਾਲ ਕਿਲੇ ਤੇ ਵੇਖਿਆ ਗਿਆ ਵਾ ਠੀਕ ਹੈ ਉਹਦਾ ਦੀ ਵੀਡੀਓ ਵੱਡੇ ਸੈਲੀਬ੍ਰਿਟੀ ਨੇ ਸਾਡੇ ਹੁਣ ਉਹਨਾਂ ਦੀ ਫੈਨ ਫੋਲੋਇੰਗ ਵੀ ਬਹੁਤ ਹੋ ਸਕਦੀ ਹੈ ਉਹਨਾਂ ਦਾ ਅੰਦਰ ਕੀ ਕਾਰਜਕ੍ਰਮ ਸੀਗਾ ਸਾਨੂੰ ਨਹੀਂ ਸੀ ਪਤਾ ਹੈਗਾ ਕੁਝ ਬੰਦੇ ਲਾਲ ਕਿਲੇ ਨੂੰ ਚਲੇ ਗਏ ਜਿਹੜੇ ਲਾਲ ਕਿਲੇ ਦੇ ਆਸ-ਪਾਸ ਜੋ ਵੀ ਘਟਨਾਵਾਂ ਹੋਈਆਂ ਹਿੰਸਾ ਦੀਆਂ ਜਾਂ ਸਾਡਾ ਝੰਡਾ ਲਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਜਿਸ ਕਿਸਮ ਦੀ ਹਿੰਸਾ ਹੋਈ ਅਸੀਂ ਉਹਦਾ ਸਮਰਥਨ ਨਹੀਂ ਕਰਦੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਸੋ ਕੁਝ ਲੋਕਾਂ ਨੇ ਸਾਡੇ ਜਥੇਬੰਦੀ ਦਾ ਨਾਂ ਵਰਤ ਕੇ ਸਾਡੇ ਮੋਢੇ ਤੇ ਰੱਖ ਕੇ ਆਪਣੇ ਮਨ ਦੀ ਪਗਾਈ ਆ ਤੇ ਕਿਸਾਨ ਮਜ਼ਦੂਰ ਅੰਦੋਲਨ ਦਾ ਨਾਂ ਬਦਨਾਮ ਕੀਤਾ ਵਾ ਇਹਦੇ ਨਾਲ ਸਾਡੀ ਜਥੇਬੰਦੀ ਸਾਡੇ ਤੇ ਵੀ ਸਵਾਲ ਖੜੇ ਹੋਏ ਆ ਔਰ ਇਸੇ ਕਰਕੇ ਅਸੀਂ ਮੀਡੀਆ ਨੂੰ ਦੱਸ ਕੇ ਆਪਣੇ ਪ੍ਰੋਗਰਾਮ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜਾ ਪਹਿਲੋਂ ਪੀਸੀ ਹੋਈ ਝੋਲੀ ਅੱਡ ਕੇ ਬੇਨਤੀ ਕੀਤੀ ਸੀ ਨੌਜਵਾਨਾਂ ਨੂੰ ਮੈਂ ਵੀਡੀਓ ਲਗਾਤਾਰ ਵਾਇਰਲ ਕਰਦਾ ਰਿਹਾ ਵੀ ਨੌਜਵਾਨੋ ਅਸੀਂ ਖੜੇ ਸਾਡੀ ਇੱਜ਼ਤ ਮਾਨ ਸਨਮਾਨ ਦਾ ਸਵਾਲ ਹੈ ਕਿਸੇ ਨੇ ਵੀ ਉੱਥੇ ਜਾ ਕੇ ਵਾਇਲੈਂਸ ਨਹੀਂ ਕਰਨਾ ਸਾਰਿਆਂ ਨੇ ਪੀਸਫੁਲੀ ਰਹਿਣਾ ਵਾ ਔਰ ਪੀਸਫੁਲੀ ਰਹਿ ਕੇ ਸਾਰਾ ਕਾਰਜਕ੍ਰਮ ਕਰਨਾ ਵਾ ਸਾਡਾ ਲਾਲ ਕਿਲੇ ਤੇ ਜਾਣ ਦਾ ਪਰੇਡ ਵਿੱਚ ਦਖਲਅੰਦਾਜ਼ੀ ਕਰਨ ਦਾ ਹੋਰ ਕਿਸੇ ਸਮਾਰਕ ਤੇ ਕਬਜ਼ਾ ਕਰਨ ਦਾ ਪੁਲਿਸ ਨਾਲ ਟਕਰਾਅ ਕਰਨ ਦਾ ਕੋਈ ਨਹੀਂ ਹੈਗਾ ਪ੍ਰੋਗਰਾਮ ਇਹ ਅਸੀਂ ਕਹਿੰਦੇ ਰਹੇ ਹਾਂ ਜੇ ਸਾਡਾ ਪ੍ਰੋਗਰਾਮ ਹੁੰਦਾ ਤੇ ਅਸੀਂ ਜਦੋਂ ਦੇ ਲੜਦੇ ਉਹ ਕਹਿ ਕੇ ਜਾਂਦੇ ਹਾਂ ਨਾਲੇ ਲਾਲ ਕਿਲੇ ਦਾ ਕਿਸਾਨ ਅੰਦੋਲਨ ਨਾਲ ਸੰਬੰਧ ਕੀ ਹੋ ਸਕਦਾ ਕੀ ਕਹਿੰਦੇ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਾਂਗੇ ਠੀਕ ਹੈ ਜੀ ਇਸ ਕਰਕੇ ਸਾਡੀ ਇਹ ਆ ਵੀ ਵਿੱਚ ਇਹ ਮੰਨਣ 'ਚ ਕੋਈ ਨਹੀਂ ਵੀ ਕੁਝ ਨੌਜਵਾਨ ਸਾਡੇ ਵੱਸੋਂ ਬਾਹਰ ਚਲੇ ਗਏ ਸਾਡੀ ਗੱਲ 'ਚ ਨਹੀਂ ਕਾਬੂ ਰਹੇ ਅਸੀਂ ਫਿਰ ਇਦੋਂ ਕਹਾਂ ਉਹਨੂੰ ਅਪੀਲਾਂ ਕਰਕੇ ਕਹਿ ਕੇ ਸਾਰੇ ਲੋਕਾਂ ਨੂੰ ਵਾਪਸ ਲਿਆਉਣ 'ਚ ਇੱਕ ਵਾਰੀ ਫਿਰ ਕਾਮਯਾਬ ਹੋਏ ਪੰਦੇਰ ਸਾਹਿਬ ਤੁਸੀਂ ਗੱਲ ਕੀਤੀ ਕਿ ਦੀਪ ਸਿੱਧੂ ਵੱਲੋਂ ਉੱਥੇ ਝੰਡਾ ਚੜਾਇਆ ਗਿਆ ਉਹ ਤਾਂ ਜਿਹੜੀ ਉਹਦੀ ਵੀਡੀਓ ਸੀ ਉਹ ਵਾਇਰਲ ਵੀ ਹੋਈ ਉਹ ਸਾਰੀ ਜਨਤਾ ਨੇ ਵੀ ਦੇਖੀ ਹੈ ਉੱਥੇ ਹੀ 25 ਤਰੀਕ ਨੂੰ ਸ਼ਾਮ ਵੇਲੇ ਅਗਰ ਕਿਹਾ ਜਾਵੇ ਤੇ ਉਹਨਾਂ ਨੇ ਸਟੇਜ ਤੇ ਕਬਜ਼ਾ ਵੀ ਕਰ ਲਿਆ ਸੀ ਇੱਕ ਤਰੀਕੇ ਨਾਲ ਕਿ ਲੱਖਾ ਸਿਧਾਨਾ ਨੇ ਦੀਪ ਸਿੱਧੂ ਨੇ ਕਿ ਇੱਥੋਂ ਵੀ ਨਾਰੇ ਲਗਾਏ ਜਾ ਰਹੇ ਸੀਗੇ ਰਿੰਗ ਰੋਡ ਬਾਰੇ ਤੇ ਇੱਕ ਤਰੀਕੇ ਨਾਲ ਉਹਨਾਂ ਨੇ ਕੰਟਰੋਲ ਵਿੱਚ ਕਰ ਰਿਹਾ ਸੀ ਆਪਣੇ ਔਰ ਅਗਲੇ ਦਿਨ 26 ਜਨਵਰੀ ਨੂੰ ਤੁਹਾਡੀ ਜਿਹੜੀ ਜੀਪ ਸੀਗੀ ਉਹਦੇ ਵਿੱਚ ਲੱਖਾ ਸਿਧਾਨਾ ਜੀ ਵੀ ਤੁਹਾਡੇ ਨਾਲ ਜਾਂਦੇ ਨਜ਼ਰ ਆ ਰਹੇ ਸੀਗੇ ਉਹ ਵੀ ਤੁਹਾਨੂੰ ਇੱਕ ਸ਼ੱਕ ਦੇ ਦਾਇਰੇ ਵਿੱਚ ਖੜਾ ਕਰਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਦੇਖੋ ਸਾਨੂੰ ਖਬਰ ਮਿਲੀ ਸੀ ਪਿਛਲੀ ਸਟੇਜ ਦਾ ਬਹੁਤਾ ਨਹੀਂ ਫਿਰ ਉੱਥੇ ਸਟੇਜ ਤੇ ਕਬਜ਼ਾ ਹੋ ਗਿਆ
ਨੌਜਵਾਨ ਨਾਰੇ ਲਾ ਰਹੇ ਆ ਰਿੰਗ ਰੋਡ ਸਾਡੇ ਕੋ ਵੀ ਆਏ। ਅਸੀਂ ਸਾਰਿਆਂ ਨੂੰ ਸਮਝਾ ਕੇ, ਸਾਡੇ ਪੰਨੂ ਜੀ ਸੀ ਕਹਿ ਕੇ ਵੀ ਮੁੰਡਿਓ ਐ ਨਹੀਂ ਗੱਲ ਚੱਲਣੀ, ਕਹਿ ਕੇ ਪੀਸਫੁਲੀ ਰਹਿਣਾ, ਸ਼ਾਂਤਮਈ ਰਹਿਣਾ, ਔਰ ਤੁਹਾਨੂੰ ਨਹੀਂ ਅਸੀਂ ਅੱਗੇ ਲੱਗਾਂਗੇ, ਸਾਡਾ ਜਾਬਤਾ ਤੋੜ ਕੇ ਅੱਗੇ ਨਹੀਂ ਵਧਣਾ। ਸਾਰੇ ਇੱਥੋਂ ਵੀ ਘਲਾਏ ਆ। ਹਾਂ, ਦੀਪ ਸਿੱਧੂ ਨਾ ਅਸੀਂ ਕਦੀ ਮਿਲਿਆ, ਨਾ ਦੀਪ ਸਿੱਧੂ ਦਾ ਕੋਈ ਰਿਸ਼ਤਾ ਨਹੀਂ ਹੈਗਾ। ਲੱਖਾ ਸਦਾਨਾ ਇੱਥੇ ਜਦੋਂ ਚੱਲੇ ਆ, ਪ੍ਰਧਾਨ ਜੀ ਤੋਂ ਉੱਥੇ ਪਹੁੰਚਿਆ, ਉੱਥੇ ਸਾਡੇ ਲਾਗੇ ਸੀਗਾ। ਜਦੋਂ ਅਸੀਂ ਧਰਨਾ ਲਾ ਲਿਆ, ਉਹਨੇ ਵੀ ਅਪੀਲ ਕੀਤੀ ਆ ਵੀ ਸਾਰੇ ਬਹਿ ਜਾਓ, ਠੀਕ ਆ। ਸਾਡੀ ਜੀਪ ਤੇ ਫਿਰ ਅਸੀਂ ਗਾਂਹ ਤੁਰੇ ਗਏ, ਉਹ ਵੀ ਨਾਲ ਤੁਰਿਆ ਗਿਆ। ਜਿੱਥੋਂ ਅਸੀਂ ਜਾ ਕੇ ਮੁੜਿਆ, ਲੱਖਾ ਸਦਾਨਾ ਵੀ ਉੱਥੋਂ ਮੁੜ ਕੇ ਆਇਆ। ਦੀਪ ਸਿੱਧੂ ਬਾਰੇ ਸਾਨੂੰ ਕੋਈ ਨਹੀਂ ਪਤਾ ਇਹ ਬੰਦਾ ਕਿਹੜੇ ਪਾਸੋਂ ਗਿਆ। ਜਿੰਨੀ ਸਿਕਿਉਰਿਟੀ ਹੁੰਦੀ ਲਾਲ ਕਿਲੇ ਦੀ, ਇਹਨੂੰ ਕੁਝ ਬੰਦਿਆਂ ਨੂੰ ਇੰਟਰ ਕਿਵੇਂ ਕਰ, ਦਿੱਲੀ ਦੇ ਬੂਆ 'ਚੋਂ ਇੰਟਰ ਕਿਵੇਂ ਕਰਨਾ, ਇਹ ਨਹੀਂ ਮੈਨੂੰ ਸਮਝ ਆਈ ਵੀ ਕਿਹੜੀਆਂ ਏਜੰਸੀਆਂ ਦੀ ਕਾਰਵਾਈ। ਕਿ ਦੇਸ਼ ਦੀ ਸਿਕਿਉਰਿਟੀ ਇੰਨੀ ਟਾਈਟ ਸੀ ਵੀ ਬੂਆ ਬੰਦ ਹੁੰਦਾ ਤੇ ਲੋਕ ਕਿਵੇਂ ਅੰਦਰ ਚਲੇ ਜਾਂਦੇ। ਕੀ ਉਹਨਾਂ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਗਈ? ਇਹਦੇ ਵਿੱਚ ਦੀਪ ਸਿੱਧੂ ਦਾ ਹੱਥ ਆ। ਫਿਰ ਉਹ ਪ੍ਰੋਗਰਾਮ ਕਰਕੇ ਦੀਪ ਸਿੱਧੂ ਵਾਪਸ ਕਿਵੇਂ ਆ ਗਿਆ? ਇਹ ਸਵਾਲ ਸ਼ੰਕੇ ਦੇ ਦਾਇਰੇ 'ਚ ਖੜੇ ਕਰਦੇ ਨੇ। ਸੋ ਇਸ ਕਰਕੇ ਅੰਦੋਲਨ ਦੀ ਬਦਨਾਮੀ ਕਰਵਾਈ ਗਈ ਆ, ਸਾਡਾ ਨਾਮ ਬਦਨਾਮ ਕਰਿਆ। ਇਸ ਗੱਲ ਦਾ ਸਾਨੂੰ ਅਫਸੋਸ ਹੈ। ਇਹ ਧਰਨਾ ਪਹਿਲੋਂ ਵੀ ਚੱਲਦਾ, ਅੱਗੇ ਵੀ ਚੱਲਦਾ ਰਹੂਗਾ। ਜਿਹੜੇ ਬੰਦੇ ਇਸ ਅੰਦੋਲਨ ਨੂੰ ਬਦਨਾਮ ਕਰਨਾ ਸੀ, ਉਹਨਾਂ ਨੇ ਦਬਾਤਾ ਦੀਪ ਸਿੱਧੂ ਵਰਗੇ ਨੇ। ਠੀਕ ਹੈ ਸਾਡੀ, ਪਰ ਦੇਸ਼ ਸਾਰਿਆਂ ਨੂੰ ਦੇਖਦਾ ਵੀ ਦੇਸ਼ ਦੀ ਏਕਤਾ ਅਖੰਡਤਾ ਲਈ, ਇਸ ਦੇਸ਼ ਵਾਸਤੇ, ਪੰਜਾਬੀਆਂ ਦੀਆਂ ਦੇਸ਼ ਦੀ ਆਜ਼ਾਦੀ ਵਾਸਤੇ ਕਿੰਨੀਆਂ ਕੁਰਬਾਨੀਆਂ ਨੇ, ਕਿੰਨਾ ਅਸੀਂ ਲੜੇ ਆ। ਅੱਜ ਵੀ ਦੇਸ਼ ਦਾ ਅੰਦੋਲਨ ਹੈ, ਪੰਜਾਬੀ ਅੱਗੇ ਹੋ ਕੇ ਲੜ ਰਹੇ ਆ। ਪੰਜਾਬੀਆਂ ਨੇ ਅੰਦੋਲਨ ਨੂੰ ਕਾਬੂ ਕੀਤਾ, ਜਿਵੇਂ ਲੋਕਾਂ ਨੂੰ ਪਤਾ ਲੱਗਾ ਪੰਜਾਬ ਕਿਵੇਂ ਕਰਦਾ। ਸੋ ਇਸ ਕਰਕੇ ਇਹੋ ਜਿਹਾ ਜਦੋਂ ਲੋਕਾਂ ਸਾਡਾ ਪੱਖ ਜਾਊਗਾ, ਇਹ ਸ਼ਾਖ ਫੇਰ ਬਹਾਲ ਹੋਊਗੀ। ਅੰਦੋਲਨ ਪਹਿਲੋਂ ਵੀ ਚੱਲਦਾ ਸੀ, ਅੱਗੇ ਵੀ ਪੀਸਫੁਲੀ ਤੁਰ ਕੇ ਇਕੱਠੇ ਹੋ ਕੇ ਚਲਾਵਾਂਗੇ। ਕਿਸ ਕੰਮ ਲਈ ਰਾਤ ਨੂੰ 10 ਵਜੇ ਪੁਲਿਸ ਦੇ ਸੀਨੀਅਰ ਅਧਿਕਾਰੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਕੋਲ ਆਉਂਦੇ ਆ, ਇੱਥੇ ਸਾਰਾ ਪਲਾਨ ਤੈਅ ਕਰਕੇ ਗਏ ਆ। ਅਸੀਂ ਐਲਾਨ ਕੀਤਾ ਸੀ ਵੀ ਅਸੀਂ ਇੱਥੇ ਸਵੇਰੇ 8 ਵਜੇ ਲੀਡਰ ਇਕੱਠੇ ਹੋਣਗੇ, ਇਹਦੀ ਪਲੈਨਿੰਗ ਕਰਾਂਗੇ, 10 ਵਜੇ ਇੱਥੋਂ ਸਾਡਾ ਕਾਫਲਾ ਚੱਲੇਗਾ। ਉਹਨਾਂ ਨੂੰ 7 ਵਜੇ ਹੀ ਇੱਥੋਂ ਕੱਢ ਕੇ ਸਾਡੇ ਅੱਗੇ ਲਾ ਦਿੱਤਾ ਗਿਆ। ਅਸੀਂ ਇਹ ਰੂਟ ਜਦੋਂ ਬਣਾਏ ਸੀ, ਅਸੀਂ ਜਿਹੜੇ ਸੱਜਣ ਗਏ ਸੀ ਉਦੋਂ ਮੀਟਿੰਗ ਕਰਨ ਪੁਲਿਸ ਨਾਲ, ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਦੇਖਿਓ ਰੂਟ ਉਹ ਬਣਾਇਓ ਜਿੱਥੇ ਲੋਕਾਂ ਦਾ ਬਹੁਤਾ ਸੰਘਣੀ ਵਸੋਂ ਹੋਵੇ, ਤਾਂ ਕਿ ਲੋਕ ਇਹ ਪਰੇਡ ਨੂੰ ਦੇਖ ਸਕਣ। ਸੜਕਾਂ ਤੇ ਭਜਾਉਣਾ, ਕੱਲਾ ਸੜਕਾਂ ਤੇ ਜਿੱਥੇ ਕੋਈ ਦੇਖੇ ਹੀ ਨਾ, ਉਹ ਕੋਈ ਪਰੇਡ ਨਹੀਂ। ਸਾਡੇ ਰੂਟ ਤੇ ਸੰਘਣੀ ਆਬਾਦੀ ਸੀ ਔਰ ਲੋਕਾਂ ਨੇ ਇੰਨੇ ਉਤਸ਼ਾਹ ਨਾਲ ਤੁਹਾਡੇ ਸਵਾਗਤ ਲਈ ਗੇਟ ਬਣਾਏ ਹੋਏ ਸੀ, ਕਿਤੇ ਲੰਗਰ ਲਾਏ ਹੋਏ ਸੀ, ਕਿਤੇ ਮਿਠਾਈ ਦੇ ਢੇਰ ਲਾਏ ਹੋਏ ਸੀ ਤੁਹਾਡੇ ਲਈ। ਉਸ ਰੂਟ ਤੇ ਜਦੋਂ ਅਸੀਂ ਉੱਥੋਂ ਮੁੜਨ ਲੱਗੇ, ਇਹਨਾਂ ਨੇ ਸਾਡੇ ਟਰੈਕਟਰਾਂ ਨੂੰ ਰੋਕਿਆ ਔਰ ਉੱਥੇ ਕੁਝ ਸੱਜਣ ਜਿਹੜੇ ਗਿਣੀ ਮਿਥੀ ਸਾਜ਼ਿਸ਼ ਅਧੀਨ ਉੱਥੇ ਖੜਾਏ ਹੋਏ ਸੀ, ਉਹ ਮੈਨੂੰ ਵੀ ਬੁਰਾ ਭਲਾ ਬੋਲਣ ਲੱਗੇ। ਮੈਨੂੰ ਮੇਰੇ ਸਾਥੀਆਂ ਨੇ ਫੜ ਕੇ ਧੱਕੇ ਨਾਲ ਕਾਰ 'ਚ ਵਾੜਤਾ। ਫਿਰ ਉਹੀ ਹਾਲਤ, ਪੁਲਿਸ ਨੇ ਸਾਡੇ ਅੱਗੇ ਬੈਰੀਕੇਡ ਲਾਤਾ, ਦਿੱਲੀ ਵੱਲ ਨੂੰ ਸਿੱਧਾ, ਕਹਿੰਦੇ ਉਧਰ ਨੂੰ ਜਿੰਨੇ ਮਰਜ਼ੀ ਚਲੇ ਜਾਓ, ਲਾਲ ਕਿਲੇ ਚਲੇ ਜਾਓ, ਕੋਈ ਰੁਕਾਵਟ ਨਹੀਂ ਸੀ। ਰਾਤ ਨੂੰ ਜਦੋਂ ਸਾਰੀ ਸਮੀਖਿਆ ਕੀਤੀ ਤਾਂ ਪਤਾ ਲੱਗਿਆ ਟੀਕਰੀ ਬਾਰਡਰ ਤੇ ਵੀ ਇਹੀ ਕੁਝ ਹੋਇਆ। ਸਾਡੇ ਰੂਟ ਦੇ ਉੱਤੇ ਰੁਕਾਵਟ ਖੜੀ ਕਰਨ ਦੀ ਕੋਸ਼ਿਸ਼ ਕੀਤੀ। ਹਰਿਆਣੇ ਤੋਂ 100-150 ਨੌਜਵਾਨ ਤੇ ਕੋਈ 50-60 ਸਾਡੇ ਵੀ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਜੀ ਸਿੱਧੇ ਜਾਣਾ, ਜਿੱਦਾਂ ਦੀ ਪਲੈਨਿੰਗ ਸੀ ਉਹ ਧੱਕੇ ਨਾਲ ਸਿੱਧੇ ਚਲੇ ਗਏ। ਉਹਨਾਂ ਨੂੰ ਰੋਕਿਆ ਨਹੀਂ ਕਿਸੇ ਨੇ, ਤੇ ਸਾਡੇ ਵਾਲਿਆਂ ਨੂੰ ਰੋਕਿਆ ਗਿਆ, ਉੱਥੇ ਵੀ ਬੈਰੀਕੇਡ ਲਾਏ ਗਏ। ਆ ਜਿਹੜੇ ਉੱਤਰਾਖੰਡ ਵਾਲੇ ਉੱਥੇ ਗਏ ਨੇ, ਜਿਹਨੇ ਮੁੰਡੇ ਨੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਹੈ, ਉਹ ਗਾਜ਼ੀਪੁਰ ਬਾਰਡਰ ਤੋਂ ਟੋਟਲ ਬੰਦ ਕਰਕੇ, ਜਿਹੜਾ ਤੁਹਾਡਾ ਰੂਟ ਸੀ ਉਹਨੂੰ ਮੁਕੰਮਲ ਬੰਦ ਕਰਕੇ ਸਾਰੇ ਕਿਸਾਨਾਂ ਨੂੰ ਜਬਰੀ ਦਿੱਲੀ ਦੇ ਵਿੱਚ ਭੇਜਿਆ ਗਿਆ। ਕੁਝ ਚੈਨਲ ਨੇ ਜਿਹੜੇ ਚੰਗਾ ਕੰਮ ਵੀ ਕਰ ਰਹੇ ਨੇ। ਇੱਕ ਚੈਨਲ ਨੇ ਸਵਾਲ ਕੀਤਾ ਸਰਕਾਰ ਤੇ, ਤੁਸੀਂ ਕਹਿ ਰਹੇ ਹੋ ਇਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ, ਉਦੋਂ ਹੀ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੋਂ ਬਾਗੀ ਹੋ ਗਏ ਕਿਸਾਨ। ਜਿੰਨੀ ਦੇਰ ਝੰਡਾ ਨਹੀਂ ਲਹਿਰਾਇਆ ਉਨੀ ਦੇਰ ਇਹ ਪ੍ਰਚਾਰ ਹੁੰਦਾ ਰਿਹਾ। ਕਿਸਾਨ ਲੀਡਰਸ਼ਿਪ ਤੋਂ ਬਾਗੀ ਹੋ ਗਏ, ਉਹਨਾਂ ਦੇ ਹੱਥ 'ਚ ਕੁਝ ਨਹੀਂ ਰਿਹਾ। ਉਸ ਤੋਂ ਬਾਅਦ ਜਦੋਂ ਉੱਥੇ ਲਾਲ ਕਿਲੇ ਪਹੁੰਚੇ, ਉਹ ਚੈਨਲ ਕਹਿੰਦਾ ਵੀ 1000 ਬੰਦਾ ਉੱਥੇ ਪਹਿਲਾਂ ਹੀ ਕਿਵੇਂ ਲਾਲ ਕਿਲੇ ਦੇ ਅੰਦਰ ਵੜਿਆ ਸੀ।
ਇਹਨਾਂ ਦੇ ਜਾਣ ਤੋਂ ਪਹਿਲਾਂ 1000 ਬੰਦਾ ਕਿੱਥੋਂ ਆਇਆ ਸੀ? 150 ਬੰਦਾ ਜਾਂਦਾ ਹੈ। ਪੁਲਿਸ ਵਾਲੇ 26 ਜਨਵਰੀ ਦਾ ਦਿਨ ਹੋਵੇ, ਲਾਲ ਕਿਲੇ ਦੀ ਸਾਰੀ ਚੌਕੀ ਉਥੋਂ ਬਾਹਰ ਨਿਕਲ ਕੇ ਭੱਜ ਜਾਏ, ਇਹਦੇ ਕੀ ਮਾਨੇ ਆ? 4 ਘੰਟੇ ਉੱਥੇ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਆਇਆ। ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਵੀ ਜੋ ਤੁਹਾਡਾ ਦਿਲ ਕਰਦਾ ਕਰੋ। ਉਹਨਾਂ ਨੇ ਉੱਥੇ ਝੰਡਾ ਲਹਿਰਾ ਦਿੱਤਾ। ਇਹ ਸਿਰਫ ਤੇ ਸਿਰਫ ਤੁਹਾਨੂੰ ਖਾਲਿਸਤਾਨੀ, ਅੱਤਵਾਦੀ ਔਰ ਸਿਰਫ ਪੰਜਾਬ ਦੇ ਸਿੱਖਾਂ ਦਾ ਤੇ ਹਿੰਦੂਆਂ ਦਾ ਖੇਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਵੀ ਸਰਕਾਰਾਂ ਕਦੇ ਇਦਾਂ ਦੇ ਘਿਨਾਉਣੇ ਕੰਮ ਨਹੀਂ ਕਰਿਆ ਕਰਦੀਆਂ। ਅਸੀਂ ਤਾਂ ਸ਼ਰੇਆਮ ਐਲਾਨ ਕੀਤਾ ਸੀ ਵੀ ਆਹ ਰੂਟ ਤੁਸੀਂ ਸਾਨੂੰ ਦੇ ਦਿੱਤੇ 5, ਇਹਨਾਂ ਰੂਟਾਂ ਤੇ ਅਸੀਂ ਕਿਸਾਨਾਂ ਦੀ ਪਰੇਡ ਕਰਾਂਗੇ ਔਰ ਤੁਸੀਂ ਸਾਂਭ ਨਹੀਂ ਸਕੋਗੇ। ਅਸੀਂ ਤਾਂ 48 ਘੰਟੇ ਕਹਿੰਦੇ ਸੀ, ਪਰ ਸਾਨੂੰ ਪਤਾ ਸੀ ਇੰਨੇ ਟਰੈਕਟਰ ਆ ਗਏ ਸੀ ਵੀ 72 ਘੰਟੇ ਲਗਾਤਾਰ ਟਰੈਕਟਰ ਚੱਲੀ ਜਾਣੇ ਸੀ। ਅਸੀਂ ਬੜੇ ਵੱਡੀ ਪੱਧਰ ਦੇ ਪ੍ਰਬੰਧ ਕੀਤੇ ਸੀ, ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਸੀ, ਮੋਬਾਈਲ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਸੀ, ਲੰਗਰਾਂ ਦਾ ਪ੍ਰਬੰਧ ਕੀਤਾ ਸੀ। ਸਾਨੂੰ ਪਤਾ ਸੀ ਸਾਡਾ ਪਰਿਵਾਰ ਕਿੱਡਾ ਵੱਡਾ ਹੈ ਔਰ ਨਾਲ ਇਹ ਪ੍ਰਬੰਧ ਕੀਤਾ ਸੀ, ਸਾਰਿਆਂ ਨੂੰ ਕਿਹਾ ਸੀ ਵੀ ਆ ਕੇ ਆ ਜਿਹੜੀ KMP ਹੈ ਇਹਦੇ ਉੱਤੇ ਸਾਰਿਆਂ ਨੇ ਬੈਠ ਜਾਣਾ ਹੈ। ਸਰਕਾਰ ਨੂੰ ਇਹ ਵੀ ਖਤਰਾ ਮੰਡਰਾਉਂਦਾ ਸੀ ਵੀ ਜੇ ਉੱਥੇ ਬਹਿ ਗਏ ਤਾਂ ਦਿੱਲੀ ਇੱਕ ਤਰ੍ਹਾਂ ਨਾਲ ਬਾਹਰੋਂ ਘੇਰੀ ਜਾਊ। ਉਹ ਨਹੀਂ ਸੀ ਚਾਹੁੰਦੇ ਵੀ ਅਸੀਂ ਉੱਥੇ ਵੀ ਬੈਠੀਏ। ਅਸੀਂ ਕਿਹਾ ਸੀ ਭਰਾਵੋ ਆਏ ਹੋ ਐਡੀ ਦੂਰੋਂ ਟਰੈਕਟਰ ਲੈ ਕੇ, ਵਾਪਸ ਨਹੀਂ ਜਾਣਾ। ਅਸੀਂ ਚਾਹੁੰਦੇ ਸੀ ਜਿੱਦਣ ਪਾਰਲੀਮੈਂਟ ਦਾ ਸੈਸ਼ਨ ਹੋਣਾ ਉਦੋਂ ਤੱਕ ਇੰਨਾ ਦਬਾਅ ਖੜਾ ਕਰ ਦਈਏ, ਇਹਨਾਂ ਨੂੰ ਮਜਬੂਰਨ ਵਾਪਸ ਮੁੜਨਾ ਪਏ, ਕਾਨੂੰਨ ਵਾਪਸ ਲੈਣੇ ਪੈਣ। ਇਹ ਸਾਰੀ ਗੱਲ ਸਰਕਾਰ ਨੂੰ ਪਤਾ ਸੀ। ਇਸੇ ਲਈ ਜਾਣਬੁੱਝ ਕੇ ਇਹ ਬੜੀ ਤੇਜ਼ੀ ਨਾਲ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ। ਮੇਰਾ ਰਾਤ ਦਾ ਤੇ ਅੱਜ ਸਵੇਰ ਦਾ ਟੈਲੀਫੋਨ ਬੰਦ ਨਹੀਂ ਹੋਇਆ। ਵਿਦੇਸ਼ਾਂ 'ਚੋਂ ਮੈਂ ਥੋੜਾ ਦੂਰ ਸੀ, ਵਿਦੇਸ਼ਾਂ 'ਚੋਂ ਟੈਲੀਫੋਨ ਆਉਂਦੇ ਨੇ, ਲੋਕੀ ਕਹਿੰਦੇ ਨੇ ਤਕੜੇ ਰਹੋ। ਸਾਰਾ ਪੰਜਾਬ, ਸਾਰਾ ਦੇਸ਼, ਵਿਦੇਸ਼ਾਂ 'ਚ ਬੈਠੇ ਤੁਹਾਡੇ ਭੈਣ ਭਰਾ ਸਾਰੇ ਤੁਹਾਡੇ ਨਾਲ ਨੇ। ਗੱਦਾਰ ਨੰਗੇ ਹੋ ਗਏ। ਡਰਨ ਵਾਲੀ ਕੌਮ ਤਾਂ ਹੈ ਹੀ ਨਹੀਂ। ਸੰਘਰਸ਼ ਕਰਦੇ ਰਹਾਂਗੇ, ਬੰਦ ਨਹੀਂ ਹੋਏਗਾ। ਅਸੀਂ ਉਦੋਂ ਹੀ ਕਹਿਤਾ ਵੀ ਸਾਨੂੰ ਆਪਣੇ ਭਾਈਚਾਰੇ ਦੇ ਸਿਰ ਤੇ ਮਾਣ ਹੈ, ਅਸੀਂ ਵਾਪਸ ਨਹੀਂ ਜਾਵਾਂਗੇ, ਇੱਥੇ ਹੀ ਬੈਠਾਂਗੇ ਔਰ ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਇੱਥੇ ਹੀ ਬੈਠ ਕੇ ਸੰਘਰਸ਼ ਕਰਦੇ ਰਹਾਂਗੇ। ਪਰ ਇੱਕ ਗੱਲ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ, ਪਤਾ ਹੋਣਾ ਚਾਹੀਦਾ, ਜਦੋਂ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਜਿਵੇਂ 26 ਜਨਵਰੀ ਨੂੰ ਅਸੀਂ ਦੇਸ਼ ਦੀ ਸਰਕਾਰ ਉੱਤੇ, ਲਾਲ ਕਿਲੇ ਉੱਤੇ ਹਮਲਾ ਕਰਨਾ ਹੋਵੇ, ਇਦਾਂ ਦਾ ਪ੍ਰਚਾਰ ਕੀਤਾ ਗਿਆ ਭਈ ਦਿੱਲੀ ਫਤਿਹ ਕਰਕੇ ਆਉਣੀ ਹੈ। ਫਿਰ ਜਿਹੜਾ ਸਾਡਾ ਨੌਜਵਾਨ ਵਰਗ ਹੈ ਉਹਨਾਂ ਦਾ ਉਤੇਜਿਤ ਹੋਣਾ ਕੁਦਰਤੀ ਹੈ। ਇਹ ਠੰਡੇ ਦਿਮਾਗ ਵਾਲੇ ਲੋਕਾਂ ਦਾ ਕੰਮ ਹੈ ਵੀ ਉਹ ਠੰਡੇ ਦਿਮਾਗ ਨਾਲ ਸੋਚਣ ਸਮਝਣ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਇਹਦਾ ਸਾਡੀ ਪੀੜ੍ਹੀ ਤੇ, ਸਾਡੇ ਬੱਚਿਆਂ ਤੇ, ਸਾਡੇ ਨੌਜਵਾਨਾਂ ਤੇ ਕੀ ਅਸਰ ਹੋਏਗਾ। ਜਿਹੜੇ ਜੋਸ਼ ਵਿੱਚ ਹੋਸ਼ ਗਵਾ ਬੈਂਦੇ ਨੇ ਉਹਨਾਂ ਤੇ ਕੀ ਅਸਰ ਹੋਏਗਾ। ਇਹ ਸੋਚਣ ਤੋਂ ਬਿਨਾਂ ਕੁਝ ਲੋਕਾਂ ਨੇ ਐਡਾ ਵੱਡਾ ਪ੍ਰਚਾਰ ਕੀਤਾ ਜਿਵੇਂ ਦਿੱਲੀ ਤੇ ਹਮਲਾ ਕਰਨਾ ਹੋਵੇ। ਇਹਨੇ ਬਲਦੀ ਤੇ ਤੇਲ ਪਾਇਆ। ਜਦੋਂ ਅਸੀਂ ਉੱਥੇ, ਮੈਂ ਜਿਸ ਤਰ੍ਹਾਂ ਦੱਸਿਆ, ਨਾਕੇ ਤੇ ਖੜੇ ਪੁਲਿਸ ਨਾਲ ਕਹਿੰਦੇ ਰਹੇ ਵੀ ਸਾਨੂੰ ਸਾਡੇ ਰੂਟ ਤੇ ਚੱਲਣ ਦਿਓ, ਸਾਨੂੰ ਅੱਗੇ ਰੋਕ ਕੇ ਖੜ ਗਏ ਔਰ ਰਾਤੀ ਸਾਰਿਆਂ ਨੇ ਜਦੋਂ ਦੱਸਿਆ ਸਾਰੇ ਨਾਕਿਆਂ ਤੇ ਇਹੀ ਹਾਲ ਹੋਇਆ ਤੇ ਸਥਿਤੀ ਤਾਂ ਸਪਸ਼ਟ ਹੋ ਗਈ। ਹੁਣ ਕੋਈ ਲੁਕ ਛਿਪੀ ਗੱਲ ਹੈ? ਜਿਹੜਾ ਸੌਦਾ ਹੋਇਆ ਹੈ ਕਿੰਨੇ 'ਚ ਹੋਇਆ? ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ। ਇਹ ਵੀ ਥੋੜੇ ਦਿਨਾਂ 'ਚ ਲੰਗਾ ਹੋ ਜਾਏਗਾ, ਬਾਹਰ ਆ ਜਾਏਗੀ, ਗੱਲ ਛੁਪੀ ਨਹੀਂ ਰਹਿਣੀ। ਇਹਨੂੰ ਕੋਈ ਹੁਣ ਜਦੋਂ ਕੋਈ ਕਿਸੇ ਚੀਜ਼ ਦਾ ਬੀਜਦੇ ਹੋ ਉਹਨੇ ਪੁੰਗਰਨਾ ਹੈ। ਅੱਜ ਨਹੀਂ ਤਾਂ ਕੱਲ ਬਾਹਰ ਨਿਕਲਣਾ ਹੈ। ਦੀਪ ਸਿੱਧੂ ਵਰਗੇ ਲੋਕ ਜਿਨ੍ਹਾਂ ਨੇ RSS ਦੀ ਟ੍ਰੇਨਿੰਗ ਲਈ ਹੋਈ ਹੈ, ਜਿਹੜੇ BJP ਦੇ ਛੁਪੇ ਹੋਏ ਕੇਡਰ ਦੇ ਅਹਿਮ ਮੈਂਬਰ ਨੇ, ਜਿਹਨੂੰ ਕੋਈ ਭੁੱਲਿਆ ਨਹੀਂ,
ਉਹ ਤੇ ਕੁਝ ਸਮਾਜ ਵਿਰੋਧੀ ਅੰਸਰ ਜਿਨ੍ਹਾਂ ਨੂੰ ਮੈਂ ਨਾਂ ਲੈ ਕੇ ਤੁਸੀਂ ਸਾਰੇ ਸਮਝਦੇ ਹੋ, ਮੈਂ ਉਹਨਾਂ ਨੂੰ ਅਹਿਮੀਅਤ ਨਹੀਂ ਦਿੰਦਾ। ਪੰਜਾਬ 'ਚ ਵੀ ਲੋਕਾਂ ਨੂੰ ਗਰਮ ਕਰਕੇ ਕਿ ਸਾਡੇ ਮੁੰਡਿਆਂ ਨੂੰ ਇੱਥੇ ਨੂੰ ਲੈ ਕੇ ਆਏ, ਉਹਨਾਂ ਲੋਕਾਂ ਨੇ ਇਹਦੇ ਸਰਕਾਰ ਦੇ ਮੋਹਰੇ ਬਣ ਕੇ ਕਿਸਾਨੀ ਦੀ ਪਿੱਠ 'ਚ ਛੁਰਾ ਮਾਰਿਆ। ਕੁਝ ਹਰਿਆਣੇ ਦੇ ਲੋਕ ਜਦੋਂ ਪਹਿਲੀ ਵਾਰੀ ਸਾਡੀ ਮੀਟਿੰਗ 'ਚ ਆਏ, ਮੈਂ ਤੁਹਾਨੂੰ ਭਰਾਵੋ ਸਾਹਿਬ ਦੱਸਾਂ, ਬੈਠੇ ਨੇ ਮੇਰੇ ਭਰਾ ਸਾਰੇ ਇੱਥੇ, ਯਾਦ ਕਰੋ ਸਾਰੇ, ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਾਡੀ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕਰੋ। ਹਰ ਵਾਰੀ ਅਸੀਂ, ਸਾਡਾ ਇੱਕ ਅਸੂਲ ਹੈ, ਕੋਈ ਆਪਣੇ ਆਪ ਨੂੰ ਛੋਟਾ ਨਾ ਸਮਝੇ, ਵੱਡਾ ਨਾ ਸਮਝੇ। ਅਸੀਂ ਹਰ ਵਾਰੀ ਇੱਕ ਜਥੇਬੰਦੀ ਨੂੰ ਕਹਿੰਦੇ ਆ ਚੱਲ ਬਈ ਅੱਜ ਤੁਹਾਡਾ ਪ੍ਰਧਾਨਗੀ ਕਰੂ। ਇੱਕੋ ਬੰਦਾ ਪ੍ਰਧਾਨਗੀ ਨਹੀਂ ਕਰਦਾ ਹਮੇਸ਼ਾ। ਸਤਿਕਾਰ ਆਪਣੇ ਥਾਂ। ਅਸੀਂ ਉਸ ਮੀਟਿੰਗ ਜਦੋਂ ਬੈਠੇ, ਮੈਨੂੰ ਕਿਹਾ ਗਿਆ ਤੁਸੀਂ ਇਹਦੀ ਪ੍ਰਧਾਨਗੀ ਕਰੋ। ਮੈਂ ਕਿਹਾ ਮੈਂ ਇਹਦੀ ਪ੍ਰਧਾਨਗੀ ਨਹੀਂ ਕਰਨੀ। ਉਹ ਕਹਿਣ ਕਰੋ, ਮੈਂ ਕਿਹਾ ਮੈਂ ਨਹੀਂ ਕਰਨੀ। ਕਹਿੰਦੇ ਕਿਉਂ ਨਹੀਂ ਕਰਨੀ? ਮੈਂ ਕਿਹਾ ਹਰਿਆਣੇ ਵਾਲੇ ਬੈਠੇ ਨੇ, ਪਹਿਲਾਂ ਜਾਟ ਅੰਦੋਲਨ ਫੇਲ ਕਰ ਚੁੱਕੇ, ਇਹ ਸਾਡੇ ਅੰਦੋਲਨ ਨੂੰ ਫੇਲ ਕਰਨਗੇ। ਇਹਨਾਂ ਦੇ ਮੁੰਡੇ ਇਹਨਾਂ ਦੇ ਵੱਸ 'ਚ ਨਹੀਂ। ਜੋ ਗੰਦ ਇਹਨਾਂ ਨੇ ਜਾਟ ਅੰਦੋਲਨ 'ਚ ਘੋਲਿਆ, ਸਾਡੇ ਅੰਦੋਲਨ 'ਚ ਘੋਲਣਗੇ। ਸਾਨੂੰ ਇਹ ਵਾਰਾ ਨਹੀਂ ਖਾਂਦਾ। ਇਹਨਾਂ ਨੂੰ ਕੌਣ ਰੋਕੂ, ਕੌਣ ਜ਼ਿੰਮੇਵਾਰੀ ਲਊ? ਪਹਿਲਾਂ ਇਹ ਸਹੁੰ ਖਾਣ ਵੀ ਇਹ ਅੰਦੋਲਨ ਵਿੱਚ ਸ਼ਾਂਤਮਈ ਰਹਿਣਗੇ, ਫਿਰ ਮੈਂ ਪ੍ਰਧਾਨਗੀ ਕਰਾਂਗਾ। ਸਾਰਿਆਂ ਨੇ ਸਹੁੰ ਖਾਧੀ। ਹੋਇਆ ਕੀ? ਮੂਹਰੇ ਹਰਿਆਣੇ ਵਾਲੇ ਰਹੇ। ਅੱਜ ਵੀ ਹਰਿਆਣੇ ਵਾਲੇ ਜੇ ਕੋਈ ਥੋੜੇ ਬਹੁਤੇ ਬੈਠੇ ਨੇ, ਉੱਤੇ ਹਰਿਆਣੇ ਵਾਲੇ ਨੇ ਦਿੱਲੀ ਦੇ ਵਿੱਚ ਘੁੰਮਦੇ। ਸਾਡੇ ਮੁੰਡੇ ਚਲੋ ਗਲਤੀ ਕੀਤੀ, ਵਾਪਸ ਆ ਗਏ। ਮੈਨੂੰ ਇਸ ਗੱਲ ਦੀ ਤਸੱਲੀ ਹੈ ਵੀ ਸ਼ੁਕਰ ਹੈ ਸਾਡੇ ਘਰ ਤਾਂ ਆ ਗਏ। ਜੇ ਉਹਨਾਂ ਨੇ ਕਮਲ ਮੱਧਿਆ, ਸਾਡੇ ਲਈ ਸੰਤੁਸ਼ਟੀ ਇਹੀ ਹੈ ਵੀ ਸਾਡੇ ਬੱਚੇ ਬਚ ਰਹੇ। ਨਹੀਂ ਇਹੋ ਜਿਹੇ ਬਘਿਆੜ ਦੇ ਅੱਗੇ ਇਹਨਾਂ ਕੁਝ ਅਖੌਤੀ ਆਗੂਆਂ ਨੇ ਫਸਾ ਦਿੱਤੇ ਸੀ। ਜੇ ਕਿਤੇ ਅਸੀਂ ਨਾਲ ਰਲ ਜਾਂਦੇ ਤਾਂ 70 ਪੈ ਜਾਣੇ ਸੀ ਭਰਾਵੋ। ਸਾਨੂੰ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ। ਤੁਹਾਡੇ ਬੱਚੇ ਨਹੀਂ, ਇਹ ਸਾਡੇ ਬੱਚੇ ਨੇ। ਅਸੀਂ ਆਪਣੀ ਖਾ ਪੀ ਲਈ, ਹੰਢਾ ਲਈ। ਭਵਿੱਖ ਇਹਨਾਂ ਦਾ, ਇਹਨਾਂ ਦੇ ਭਵਿੱਖ ਦੀ ਸਾਨੂੰ ਚਿੰਤਾ ਹੈ। ਆਹ ਅੰਦੋਲਨ ਦਾ ਮੁੱਖ ਜਿਹੜਾ ਸਾਨੂੰ ਸਾਹਮਣੇ ਦਿੰਦਾ ਕਾਰਨ, ਉਹ ਇਹਨਾਂ ਦੇ ਭਵਿੱਖ ਨੂੰ ਬਚਾਉਣ ਦਾ ਹੈ। ਸਾਡੇ ਆਉਣ ਵਾਲੀਆਂ 2-4 ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦਾ ਅੰਦੋਲਨ ਹੈ। ਇਸੇ ਲਈ ਅਸੀਂ ਜ਼ੋਰ ਦਿੰਦੇ ਰਹੇ। ਤਾਕਤ ਦੇ ਜ਼ੋਰ ਨਾਲ, ਲਾਠੀ ਗੋਲੀ ਨਾਲ ਸਰਕਾਰ ਨੂੰ ਨਹੀਂ ਕੋਈ ਹਰਾ ਸਕਦਾ। ਤੁਸੀਂ ਲਾਠੀਆਂ ਚੱਕ ਲੋਗੇ, ਉਹਨਾਂ ਕੋਲ ਕਾਨੂੰਨ ਦੀ ਵਰਦੀ ਪਾਈ ਕੋਈ ਖੜੇ ਨੇ ਸਿਪਾਹੀ, ਉਹ ਤੁਹਾਡੇ ਤੇ ਜ਼ਿਆਦਾ ਲਾਠੀ ਚਾਰਜ ਕਰਨਗੇ। ਨਾ ਬਸ ਚਾਹੂ ਤੁਹਾਡੇ ਤੇ ਗੋਲੀਆਂ ਚਲਾਉਣਗੇ, ਨਾ ਬਸ ਚਾਹੂ ਤਾਂ ਫੌਜ ਲਿਆ ਕੇ ਤੁਹਾਡੇ ਤੇ ਤੋਪਾਂ ਨਾਲ ਤੁਹਾਨੂੰ ਤਬਾਹ ਕਰ ਦੇਣਗੇ। ਔਰ ਅਸੀਂ ਪੰਜਾਬ ਵਾਲੇ ਤਾਂ ਭੋਗ ਚੁੱਕੇ ਹਾਂ। ਸਾਰਾ ਪੰਜਾਬ ਕੈਦ ਕਰਕੇ ਕੀ ਕੁਝ ਹੋਇਆ ਸਾਡੇ ਨਾਲ 84 'ਚ। ਪੰਜਾਬ ਦਾ ਕੋਈ ਬੱਚਾ ਨਹੀਂ ਚਾਹੁੰਦਾ ਵੀ ਦੁਬਾਰਾ ਉਹ ਕੁਝ ਹੋਵੇ। ਜਿਹੜੇ ਘਰਾਂ ਦੇ ਘਰ ਖਾਲੀ ਹੋ ਗਏ, ਜਿਹੜੇ ਉਹਨਾਂ ਦੇ ਆਂਢ ਗੁਆਂਢ 'ਚ ਵਸਦੇ ਨੇ, ਉਹ ਸਭ ਕੁਝ ਦੇਖਿਆ ਹੈ। ਉਹ ਤਰ੍ਹਾਂ ਕਰਦੇ ਸੀ, ਸਾਨੂੰ ਕਹਿੰਦੇ ਸੀ ਦੇਖਿਓ ਉਹ ਕੁਝ ਨਾ ਹੋ ਜੇ। ਸ਼ਾਂਤਮਈ ਅੰਦੋਲਨ ਲੜਿਓ, ਸਾਰਾ ਪੰਜਾਬ ਤੁਹਾਡੇ ਨਾਲ ਹੈ, ਸਾਰਾ ਹਿੰਦੁਸਤਾਨ ਤੁਹਾਡੇ ਨਾਲ ਹੈ। ਤੇ ਸਾਨੂੰ ਤਾਂ ਕੱਲ ਦਾ ਬੁਖਾਰ ਇਹੋ ਚੜਿਆ ਰਿਹਾ ਵੀ ਜਿਹੜੇ ਗਲਤੀ ਨਾਲ ਵੀ ਅੱਗੇ ਚਲੇ ਗਏ, ਉਹ ਰੱਬ ਦਾ ਵਾਸਤਾ ਕਿਸੇ ਤਰ੍ਹਾਂ ਵਾਪਸ ਆ ਜਾਣ। ਅਸੀਂ ਆਉਂਦੇ ਹੀ ਅਪੀਲ ਕੀਤੀ ਵੀ ਨੌਜਵਾਨੋ ਜੇ ਚਲੇ ਵੀ ਗਏ ਵਾਪਸ ਆ ਜਾਓ। ਸਾਡੇ ਸਾਥੀਆਂ ਨੂੰ ਜਿਨ੍ਹਾਂ ਦੇ ਤੁਸੀਂ ਬੱਚੇ ਹੋ, ਉਹਨਾਂ ਨੂੰ ਮਨ ਨੂੰ ਤਾਂ ਧਰਵਾਸ ਹੋਏਗੀ। ਮੈਨੂੰ ਪਤਾ ਹੈ, ਮੈਨੂੰ ਕਿੰਨੇ ਫੋਨ ਆਏ ਬਾਹਰੋਂ, ਕੋਈ ਸੰਗਰੂਰ ਤੋਂ ਕਹੇ ਜੀ ਸਾਡਾ ਸਾਰਾ ਪਰਿਵਾਰ ਆਇਆ ਹੋਇਆ, ਕੋਈ ਪਤਾ ਨਹੀਂ ਲੱਗਦਾ। ਕੋਈ ਜਲੰਧਰੋਂ ਕਹੇ ਸਾਡਾ ਪਰਿਵਾਰ ਆਇਆ, ਸਾਨੂੰ ਕੋਈ ਪਤਾ ਨਹੀਂ ਲੱਗਦਾ। ਕਿੰਨੇ ਚਿੰਤਤ ਸੀ ਉੱਥੇ ਬੈਠੇ। ਸਾਨੂੰ ਵੀ ਇਹੀ ਚਿੰਤਾ ਸੀ ਵੀ ਸਾਡਾ ਸਾਰਾ ਪਰਿਵਾਰ ਵਾਪਸ ਆ ਜਾਏ। ਤਸੱਲੀ ਹੋਈ, ਜੋ ਮਰਜ਼ੀ ਹੋਇਆ, ਇੱਥੇ ਵਾਪਸ ਆ ਗਏ। ਪੰਜਾਬ ਵਾਲੇ ਸਾਰੇ ਵਾਪਸ ਆ ਗਏ। ਏਡੀ ਵੱਡੀ ਸਾਜ਼ਿਸ਼ ਨਾਲ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਸਰਕਾਰ ਨੇ ਪੂਰੀ ਢਿੱਲ ਲਾਈ। ਤੇ ਮੈਂ ਤੁਹਾਨੂੰ ਚੌਕਸ ਕਰਦਾ, ਅਸੀਂ ਇਹ ਅੰਦੋਲਨ ਜਾਰੀ ਰੱਖਣਾ ਹੈ। ਅਸੀਂ ਇਹ ਅੰਦੋਲਨ ਜਿੱਤ ਕੇ ਜਾਣਾ ਹੈ। ਔਰ ਉਦੋਂ ਤੱਕ ਮੇਰੀ ਤੁਹਾਨੂੰ ਬੇਨਤੀ ਹੈ, ਸ਼ਾਂਤਮਈ ਰਹਿਣਾ। ਇਹ ਫਾਰਮੂਲਾ ਮੈਂ ਐਵੇਂ ਨਹੀਂ ਤੁਹਾਨੂੰ ਦਿੱਤਾ, ਸ਼ਾਂਤਮਈ ਰਹੋਗੇ ਤਾਂ ਜਿੱਤ ਕੇ ਜਾਓਗੇ, ਹਿੰਸਕ ਹੋਏਗੇ ਤਾਂ ਮੋਦੀ ਜਿੱਤੇਗਾ। ਇਹ ਤੁਸੀਂ ਫੈਸਲਾ ਕਰਨਾ। ਇੰਨੇ ਦਿਨ 2-2 ਮਹੀਨੇ ਇੱਥੇ ਧਰਤੀ ਤੇ ਹੱਡ ਰਗੜਾ ਕੇ, ਇੰਨੀ ਕੱਕਰ ਦੇ ਵਿੱਚ ਤੁਸੀਂ ਇੱਥੇ ਰਹਿ ਕੇ, ਇੰਨੀਆਂ ਮੁਸੀਬਤਾਂ ਝੱਲ ਕੇ,
ਤੇ ਅਸੀਂ ਮੋਦੀ ਦੇ ਹੱਥ ਵਿੱਚ ਸਭ ਕੁਝ ਫੜਾ ਦੇਣਾ ਕਿ ਅਸੀਂ ਆਪਣਾ ਹੱਕ ਲੈ ਕੇ ਜਾਣਾ ਹੈ। ਦੁਨੀਆ ਦੀਆਂ ਸਰਕਾਰਾਂ, ਦੁਨੀਆ 'ਚ ਬੈਠੇ ਰਾਜਨੇਤਾ ਤੁਹਾਡੇ ਹੱਕ 'ਚ ਬੋਲਦੇ ਨੇ, ਅੱਜ ਵੀ ਉਹ ਹੱਕ 'ਚ ਬੋਲਦੇ ਨੇ। ਉਹਨਾਂ ਨੂੰ ਅੱਜ ਵੀ ਤੁਹਾਡੀ ਚਿੰਤਾ ਹੈ। ਸਰਕਾਰ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਬੁਲਾ ਕੇ ਸਰਕਾਰ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਹੈ ਵੀ ਜਿਹੜੇ ਸ਼ਾਂਤਮਈ ਕਿਸਾਨ ਉੱਥੇ ਬੈਠੇ ਨੇ, ਤੁਸੀਂ ਉਹਨਾਂ ਦੇ ਉੱਤੇ ਕੋਈ ਤਸ਼ੱਦਦ ਨਹੀਂ ਕਰੋਗੇ। ਤੁਹਾਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਦਾ। ਸਾਰੀ ਦੁਨੀਆ ਤੁਹਾਡੇ ਖਿਲਾਫ ਹੋਏਗੀ ਜੇ ਤੁਸੀਂ ਉੱਥੇ ਧਰਨੇ ਤੇ ਬੈਠੇ ਲੋਕਾਂ ਦੇ, ਸ਼ਾਂਤਮਈ ਬੈਠੇ ਲੋਕਾਂ ਦੇ ਹੱਕਾਂ ਦੇ ਉੱਤੇ ਛਾਪਾ ਮਾਰੋਗੇ, ਉਹਨਾਂ ਨਾਲ ਕੋਈ ਤਸ਼ੱਦਦ ਕਰੋਗੇ। ਐਡਾ ਵੱਡਾ ਦੁਨੀਆ ਪੱਧਰ ਦਾ ਦਬਾਅ ਹੋਵੇ ਤੇ ਉਹਨਾਂ ਨੂੰ ਫਿਰ ਹੋਰ ਕੋਈ ਤਰੀਕਾ ਲੱਭਿਆ ਨਹੀਂ। ਇੱਥੇ ਤੁਹਾਡੇ ਤੋਂ ਕੁਝ ਕਰ ਨਹੀਂ ਸਕਦੇ, ਦੁਨੀਆ ਭਰ ਦਾ ਦਬਾਅ ਹੈ। ਤੁਹਾਨੂੰ ਇਥੋਂ ਤੋੜ ਕੇ ਉੱਥੇ ਮੈਂ ਕੀ ਦੱਸਾਂ, ਜਦੋਂ ਉੱਥੇ ਜਾਮ ਲੱਗ ਗਿਆ ਦੂਰ ਤੱਕ ਸੜਕ ਦੇ ਦੋਨੋਂ ਪਾਸੇ, ਮੈਂ ਆਪਣੇ ਸਾਥੀਆਂ ਨੂੰ ਕਿਹਾ ਹੁਣ ਇੱਥੋਂ ਮੁੜ ਨਹੀਂ ਸਕਦੇ, ਆਪਣੇ ਬੰਦਿਆਂ ਨੂੰ ਬਚਾਓ, ਇੱਥੋਂ ਕੱਢੋ ਬਾਹਰ, ਪਿੱਛੇ ਮੁੜ ਨਹੀਂ ਸਕਦੇ ਟਰੈਕਟਰ, ਜਿੱਥੇ ਤੱਕ ਜਾਮ ਲੱਗਿਆ ਉੱਥੋਂ ਪਿੱਛੇ ਚੱਲੋ, ਉੱਥੋਂ ਕਹੀਏ ਪਿੱਛੇ ਮੁੜੋ। ਉੱਥੇ ਆ ਕੇ ਅਸੀਂ ਮੋੜਨ ਲੱਗੇ, ਮੈਂ ਹੱਥ ਜੋੜੇ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੀ ਪੁੱਤਰੋ ਅੱਗੇ ਹਾਲਾਤ ਖਰਾਬ ਹੋ ਗਏ, ਪਿੱਛੇ ਮੋੜੋ। ਮੁੜਨ ਲੱਗ ਪਏ ਤੇ ਕੁਝ ਉੱਥੇ ਮੇਰੇ ਵੀ ਗੱਲ ਪਏ। ਉਹਨਾਂ ਨੂੰ ਉਸ ਵੇਲੇ ਮੇਰੀ ਗੱਲ ਦੀ ਸਮਝ ਨਹੀਂ ਸੀ, ਇੱਕ ਜੋਸ਼ ਸਿਰ ਨੂੰ ਚੜਿਆ ਸੀ, ਹੋਸ਼ ਹੈ ਹੀ ਨਹੀਂ ਸੀ। ਜੇ ਕਿਤੇ ਅਸੀਂ ਥੋੜੀ ਜਿਹੀ ਵੀ ਗਲਤੀ ਕੀਤੀ ਹੁੰਦੀ ਤਾਂ ਸਾਰਾ ਹਜੂਮ ਉੱਥੇ ਚਲਾ ਜਾਂਦਾ। ਅੱਜ ਸਾਰੀ ਦੁਨੀਆ ਵਿੱਚ ਇਹ ਬਹੁਤ ਵੱਡਾ ਤਹਿਲਕਾ ਹੋਣਾ ਸੀ। ਵਾਹਿਗੁਰੂ ਦੀ ਮਿਹਰ ਹੋਈ। ਕਈ ਵਾਰੀ ਸਰੀਰ ਵਿੱਚ ਕੋਈ ਗੰਦ ਹੁੰਦਾ ਹੈ, ਉਹਨੂੰ ਫੋੜੇ ਦੇ ਰੂਪ ਵਿੱਚ ਕੁਦਰਤ ਕੱਢ ਦਿੰਦੀ ਹੈ ਬਾਹਰ। ਜੇ ਕਿਤੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਜਾਏ, ਡਾਕਟਰ ਦਵਾਈਆਂ ਨਾਲ ਉਹ ਇਨਫੈਕਸ਼ਨ ਖਤਮ ਕਰਦੇ ਨੇ। ਜੇ ਬਹੁਤ ਜ਼ਿਆਦਾ ਹੋਵੇ ਤਾਂ ਸੂਈ ਲਾ ਕੇ ਬਾਹਰ ਵੀ ਕੱਢਦੇ ਨੇ। ਮੈਨੂੰ ਲੱਗਦਾ ਇਹ ਗੰਦ ਸੀ ਤੁਹਾਡੇ ਵਿੱਚ, ਜਿਹੜਾ ਅਕਾਲ ਪੁਰਖ ਨੇ ਕੱਲ ਇਹ ਛੋਟੀ ਜੀ ਘਟਨਾ, ਭਾਵੇਂ ਉਹਦੀ ਅਹਿਮੀਅਤ ਕਿਤੇ ਕੌਮ ਲਈ ਬਹੁਤ ਵੱਡੀ ਹੈ, ਤੁਹਾਡੇ ਵਿੱਚੋਂ ਗੰਦ ਕੱਢਿਆ। ਇਸੇ ਲਈ ਅਕਾਲ ਪੁਰਖ ਦੀ ਉਹ ਦੇਵੀ ਸ਼ਕਤੀ ਅੱਗੇ ਮੈਂ ਆਪਣਾ ਸਿਰ ਝੁਕਾਉਣਾ। ਉਹਨੇ ਸਾਫ਼ ਸੁਥਰਾ ਅੰਦੋਲਨ ਬਣਾ ਦਿੱਤਾ ਹੈ। ਬਹੁਤ ਸਾਰੇ ਸੱਜਣ ਨਿਰਾਸ਼ਤਾ ਵਿੱਚ ਵਾਪਸ ਭੱਜਣ ਲੱਗ ਪਏ। ਉਹਨਾਂ ਨੂੰ ਲੱਗਿਆ ਪਤਾ ਨਹੀਂ ਹੁਣ ਅੰਦੋਲਨ ਸਮਾਪਤ ਹੋ ਗਿਆ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, ਭਰਾਵੋ, ਬੇਨਤੀ ਹੈ, ਐਡੀ ਦੂਰੋਂ ਤੁਸੀਂ ਆਏ ਹੋ ਚੱਲ ਕੇ। ਮੈਂ ਜਿਹੜੀ ਪਹਿਲੇ ਦਿਨ ਤੋਂ ਬੇਨਤੀ ਕਰਦਾ, ਆਪੋ ਆਪਣੀ ਟਰਾਲੀ ਦੇ ਆਲੇ ਦੁਆਲੇ ਖਿਆਲ ਰੱਖੋ। ਜਿੰਨਾ ਤੁਹਾਡੇ ਵਲੰਟੀਅਰ ਖਿਆਲ ਰੱਖਦੇ ਨੇ, ਆਪੋ ਆਪਣਾ ਖਿਆਲ ਆਪੇ ਰੱਖੋ। ਆਪਣੇ ਖੇਮੇ ਦੇ ਵਿੱਚ ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਉਹਨੂੰ ਵੜਨ ਨਾ ਦਿਓ। ਜਿਹੜੇ ਕੁਝ ਸਟੂਡੈਂਟਸ ਦੇ ਨਾਂ ਤੇ ਪੰਜਾਬ ਯੂਨੀਵਰਸਿਟੀ ਤੋਂ ਆ ਕੇ ਉਹ ਤੁਹਾਨੂੰ ਗੁੰਮਰਾਹ ਕਰਦੇ ਨੇ, ਲੀਡਰਸ਼ਿਪ ਕਮਜ਼ੋਰ ਹੈ ਜੀ, ਇਹ ਤਾਂ ਜੀ ਕੋਈ ਕਹਿੰਦਾ ਵਿਕ ਗਏ, ਇਹ ਤਾਂ ਜੀ ਹੁਣ ਤਾਂ ਇੱਕ ਦੋ ਜਥੇਬੰਦੀਆਂ ਹੀ ਰਹਿ ਗਈਆਂ ਜੀ, ਇਦਾਂ ਦੀਆਂ ਗੱਲਾਂ ਕਰਦੇ ਨੇ। ਉਹਨਾਂ ਦੀਆਂ ਗੱਲਾਂ ਅੱਗੇ ਤੋਂ ਨਹੀਂ ਸੁਣਨੀਆਂ, ਕੁਝ ਨਹੀਂ ਕਹਿਣਾ ਉਹਨਾਂ ਨੂੰ। ਜਦ ਤੁਸੀਂ 4 ਦਿਨ ਗੱਲਾਂ ਨਾ ਸੁਣੀਆਂ, ਆਪੇ ਤੋਂ ਭੱਜ ਜਾਣਗੇ। ਮੈਂ ਕੋਈ ਵੀ ਗੱਲ ਤੁਹਾਡੇ ਕੋਲੋਂ ਛੁਪਾ ਕੇ ਨਹੀਂ ਰੱਖਣੀ। ਕਿਸੇ ਨੂੰ ਗੋਡੇ ਲੱਗੇ, ਗਿੱਟੇ ਲੱਗੇ, ਮੇਰਾ ਇਹ ਧਰਮ ਹੈ ਵੀ ਮੈਂ ਆਪਣੇ ਲੋਕਾਂ ਨਾਲ ਹਰ ਗੱਲ ਹੀ ਸਾਂਝੀ ਕਰਾਂ। ਮੇਰਾ ਇਹ ਧਰਮ ਹੈ, ਜਦੋਂ ਤੱਕ ਸਾਹ ਵਗਦਾ ਹੈ ਮੈਂ ਤੁਹਾਡੇ ਅੱਗੇ ਹੋ ਕੇ ਖੜਾ ਰਹਾ, ਤੁਹਾਨੂੰ ਕੋਈ ਬਾਲ ਪਿੰਗਾ ਨਾ ਕਰ ਸਕੇ। ਮੈਂ ਸਪਸ਼ਟ ਕਰਦੇ ਆ, ਜਿਹੜੇ ਲੋਕ ਕਹਿੰਦੇ ਨੇ ਇਹਨੂੰ ਮਾਰ ਦੇਣਾ, ਇਹਨੂੰ ਕਰ ਦੇਣਾ, ਮੈਂ ਆਪਣੀ ਖਾ ਪੀ ਲਈ। ਮੈਂ ਆਪਣੀ ਜ਼ਿੰਦਗੀ ਬਹੁਤ ਵਧੀਆ ਬਸਰ ਕਰ ਲਈ। ਮੈਨੂੰ ਲੋਕਾਂ ਨੇ ਬਹੁਤ ਮਾਣ ਸਨਮਾਨ ਦਿੱਤਾ। ਜਿਹੜੇ ਲੋਕ ਇਸ ਗੱਲੋਂ ਡਰਦੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ, ਮੌਤ ਇੱਕ ਦਿਨ ਆਉਣੀ ਹੈ, ਰੋਜ਼-ਰੋਜ਼ ਨਹੀਂ ਮਰਨਾ ਚਾਹੀਦਾ। ਮੈਂ ਇਹੋ ਜਿਹੇ ਕੁੱਤੇ, ਸਰਕਾਰ ਦੇ ਖਰੀਦੇ ਹੋਏ ਕੁੱਤਿਆਂ ਤੋਂ ਮੈਂ ਬਿਲਕੁਲ ਨਹੀਂ ਡਰਦਾ। ਜਿਹਦਾ ਜੀ ਕਰਦਾ ਮੈਨੂੰ ਜਿੱਥੇ ਮਰਜੀ ਸ਼ਰੇ ਬਾਜ਼ਾਰ ਟੱਕਰ ਲੈ, ਮੈਂ ਰੋਜ਼ ਮੌਤ ਨਹੀਂ ਛੇੜਨੀ। ਮੈਂ ਡਰਦਾ
ਤਾਂ ਮੇਰੇ ਆ ਜਿਹੜੇ ਲੋਕ ਬੈਠੇ ਨੇ ਇਹਨਾਂ ਤੋਂ ਡਰਦਾ, ਮੈਂ ਕਿਸੇ ਤੇ ਨਹੀਂ ਡਰਦਾ, ਜਾਂ ਅਕਾਲ ਪੁਰਖ ਤੋਂ ਡਰਦਾ। ਜਿੱਤਾਂਗੇ ਜਿੱਤਾਂਗੇ ਜਿੱਤਾਂਗੇ, ਕੋਈ ਤਾਕਤ ਹਰਾ ਨਹੀਂ ਸਕਦੀ। ਅਖੀਰ ਚ ਫੇਰ ਉਹ ਬੇਨਤੀ, ਸ਼ਾਂਤਮਈ ਰਹਾਂਗੇ, ਅਸੀਂ ਜਿੱਤਾਂਗੇ, ਹਿੰਸਕ ਹੋਵਾਂਗੇ, ਮੋਦੀ ਜਿੱਤੇਗਾ, ਮੋਦੀ ਨੂੰ ਅਸੀਂ ਕਿਸੇ ਕੀਮਤ ਤੇ ਜਿੱਤਣ ਨਹੀਂ ਦੇਣਾ। ਇੰਨਾ ਕਹਿੰਦਾ ਕਿ ਮੈਂ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਪੰਜਾਬ ਦਾ ਖੇਤੀ ਸੰਕਟ, ਇਸ ਦਾ ਭੂਤ, ਇਸ ਦਾ ਵਰਤਮਾਨ ਅਤੇ ਇਸ ਦਾ ਭਵਿੱਖ, ਇਸ ਤੇ ਲੜੀਵਾਰ ਸੈਗਮੈਂਟ ਜਿਹੜਾ ਰਿਸ਼ੀ ਨਾਗਰ ਹੁਣੀ ਪੇਸ਼ ਕਰ ਰਹੇ ਹਨ, ਉਸ ਦੀ ਹਾਜ਼ਰ ਹੈ 5ਵੀਂ ਕਿਸ਼ਤ। ਹੁਣ ਤੱਕ ਤੁਸੀਂ ਦੇਖਿਆ ਕਿ ਭਾਰਤ ਵਿੱਚ ਅਕਾਲ ਕਿੱਥੇ-ਕਿੱਥੇ ਤੇ ਕਿਉਂ ਪੈਂਦੇ ਰਹੇ। ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨ ਨਾ ਹੋਣ ਕਰਕੇ, ਮੌਸਮ ਦੀ ਮਾਰ ਪੈਂਦੀ ਰਹਿਣ ਕਰਕੇ ਅਕਾਲ ਪੈਂਦੇ ਰਹੇ। ਫਿਰ ਆਜ਼ਾਦੀ ਤੋਂ ਪਹਿਲਾਂ ਕਿਵੇਂ ਪਗੜੀ ਸੰਭਾਲ ਜੱਟਾ ਲਹਿਰ ਆਈ ਤੇ ਚੰਪਾਰਨ ਦਾ ਸੱਤਿਆਗ੍ਰਹਿ, ਤੇ ਆਜ਼ਾਦੀ ਪਿੱਛੋਂ ਆਈ ਮੁਜ਼ਾਹਰਾ ਲਹਿਰ, ਤੇ ਫਿਰ ਖੁਸ਼ ਹੈਸੀਅਤ ਟੈਕਸ ਦੇ ਵਿਰੋਧ ਦਾ ਮੋਰਚਾ, ਤੇ ਅੱਜ ਹੁਣ ਇਸ ਤੋਂ ਅੱਗੇ ਪੰਜਾਬ ਦਾ ਖੇਤੀ ਸੰਕਟ, ਭੂਤ, ਵਰਤਮਾਨ ਤੇ ਭਵਿੱਖ, ਦ ਐਗਰੋ ਕ੍ਰਾਈਸਿਸ ਆਫ ਪੰਜਾਬ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਕਿਸ਼ਤ 5ਵੀਂ। ਦੇਸ਼ ਦੇ ਆਜ਼ਾਦ ਹੁੰਦਿਆਂ ਹੀ ਸਰਕਾਰ ਦਾ ਸਾਹਮਣਾ ਦੇਸ਼ ਵਿੱਚ ਭਾਰੀ ਗਿਣਤੀ ਵਿੱਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਲਈ ਲੋੜੀਂਦਾ ਅੰਨ ਜੁਟਾਉਣ ਦੀ ਵਿਕਰਾਲ ਸਮੱਸਿਆ ਨਾਲ ਹੋਣ ਲੱਗਿਆ। ਦੇਸ਼ ਦੇ ਖੇਤੀ ਹਾਲਾਤ ਐਸੇ ਨਹੀਂ ਸਨ ਕਿ ਦੇਸ਼ ਆਪਣੇ ਹੀ ਲੋਕਾਂ ਨੂੰ ਭਰਪੇਟ ਅੰਨ ਮੁਹੱਈਆ ਕਰਵਾਇਆ ਸਕਦਾ। ਅਜਿਹੇ ਹਾਲਾਤ ਵਿੱਚ ਸਮੇਂ ਦੀਆਂ ਸਰਕਾਰਾਂ ਨੂੰ PL 480 ਸਮਝੌਤੇ ਦੇ ਤਹਿਤ ਅਮਰੀਕਾ ਤੋਂ ਅਨਾਜ ਖਰੀਦਣਾ ਸ਼ੁਰੂ ਕਰਨਾ ਪਿਆ। ਪਰ ਜਲਦੀ ਹੀ ਸਰਕਾਰ ਨੂੰ ਇਹ ਅਹਿਸਾਸ ਹੋ ਗਿਆ ਕਿ ਦੇਸ਼ ਦੀਆਂ ਭੋਜਨ ਲੋੜਾਂ ਪੂਰੀਆਂ ਕਰਨ ਦੀ ਇਹ ਕੋਈ ਟਿਕਾਊ ਜੁਗਤ ਨਹੀਂ ਹੈ। ਸੋ ਇੱਕ ਟਿਕਾਊ ਹੱਲ ਦੀ ਤਲਾਸ਼ ਵਿੱਚ ਲੱਗੀ ਭਾਰਤ ਸਰਕਾਰ ਨੇ ਅਮਰੀਕਨ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਹੋਇਆਂ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਲਈ ਰੌਕਫੈਲਰ ਤੇ ਫੋਰਡ ਫਾਊਂਡੇਸ਼ਨ ਨਾਲ ਮਿਲ ਕੇ ਹਰੀ ਕ੍ਰਾਂਤੀ ਦੀ ਨੀਂਹ ਰੱਖ ਦਿੱਤੀ। ਇਸ ਸਾਰੇ ਘਟਨਾ ਚੱਕਰ ਤੋਂ ਬਾਅਦ ਦੇਸ਼ ਦੇ ਕੁਝ ਚੁਣਿੰਦਾ ਸੂਬਿਆਂ ਵਿੱਚ ਰਸਾਇਣਿਕ ਖੇਤੀ ਪ੍ਰਣਾਲੀ ਨੂੰ ਪੂਰੇ ਪੈਕੇਜ ਦੇ ਰੂਪ ਵਿੱਚ ਲਾਗੂ ਕਰ ਦਿੱਤਾ ਗਿਆ। ਸੁਧਰੇ ਬੀਜ, ਆਧੁਨਿਕ ਸਿੰਜਾਈ ਪ੍ਰਣਾਲੀ, ਰਸਾਇਣਿਕ ਖਾਦਾਂ, ਕੀੜੇਮਾਰ ਜ਼ਹਿਰ ਇਸ ਪੈਕੇਜ ਦੇ ਮੁੱਖ ਹਿੱਸੇ ਸਨ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਵਰਲਡ ਬੈਂਕ ਦੀ ਸਹਾਇਤਾ ਨਾਲ ਵੱਡੀਆਂ ਖੇਤੀਬਾੜੀ ਯੂਨੀਵਰਸਿਟੀਜ਼ ਤੇ ਖੇਤੀ ਅਦਾਰਿਆਂ ਦੀ ਸਥਾਪਨਾ ਸ਼ੁਰੂ ਹੋ ਗਈ। ਬੈਂਕਾਂ ਨਾਲ ਗੱਠਜੋੜ ਕਰਕੇ ਕਿਸਾਨਾਂ ਲਈ ਖੇਤੀ ਸੰਦ, ਟਰੈਕਟਰ, ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ, ਡੀਜ਼ਲ ਆਦਿ ਖਰੀਦਣ ਤੇ ਖੇਤਾਂ ਵਿੱਚ ਟਿਊਬਵੈੱਲ ਲਗਾਉਣ ਲਈ ਖੇਤੀ ਕਰਜ਼ਿਆਂ ਦਾ ਪ੍ਰਬੰਧ ਕੀਤਾ ਗਿਆ। ਸ਼ੁਰੂਆਤੀ ਅੜਚਣਾਂ ਪਿੱਛੋਂ ਹਰੀ ਕ੍ਰਾਂਤੀ ਪੂਰੇ ਜਲਾਅ ਨਾਲ ਛਾ ਗਈ। ਆਮ ਕਿਸਾਨਾਂ ਲਈ ਰਸਾਇਣਕ ਖੇਤੀ ਦੇ ਸ਼ੁਰੂਆਤੀ ਨਤੀਜੇ ਚਮਤਕਾਰ ਤੋਂ ਘੱਟ ਨਹੀਂ ਸਨ। ਫਸਲਾਂ ਦੇ ਝਾੜ ਵਿੱਚ ਲੋੜੇ ਦਾ ਵਾਧਾ ਹੋਇਆ। ਨਤੀਜੇ ਵਜੋਂ ਕਿਸਾਨਾਂ ਕੋਲ ਵੱਡੀ ਗਿਣਤੀ ਵਿੱਚ ਪੈਸਾ ਆਉਣਾ ਸ਼ੁਰੂ ਹੋ ਗਿਆ। ਇਸ ਪੈਸੇ ਦਾ ਪ੍ਰਭਾਵ ਕਿਸਾਨਾਂ ਦੇ ਜੀਵਨ ਵਿੱਚ ਸਾਫ਼ ਨਜ਼ਰ ਆਉਣ ਲੱਗਿਆ। ਉਹਨਾਂ ਨੇ ਆਪਣੇ ਲਈ ਜ਼ਿੰਦਗੀ ਦੀਆਂ ਉਹ ਸਭ ਸੁੱਖ ਸਹੂਲਤਾਂ ਜਟਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੇ ਸ਼ਾਇਦ ਉਹ ਕਦੇ ਸੁਪਨੇ ਵੀ ਨਹੀਂ ਲਿਆ ਕਰਦੇ ਸਨ। ਉਹਨਾਂ ਦੇ ਘਰ ਪੱਕੇ ਹੋਣ ਲੱਗ ਪਏ। ਉਹਨਾਂ ਨੇ ਬਲਦ ਗੱਡੇ ਤੋਂ ਕਾਰ ਤੱਕ ਦਾ ਸਫ਼ਰ ਥੋੜੇ ਹੀ ਸਮੇਂ ਵਿੱਚ ਤੈਅ ਕਰ ਲਿਆ। ਬੱਚਿਆਂ ਨੂੰ ਪੜ੍ਹਾਉਣ ਦਾ ਰੁਝਾਨ ਵੱਧ ਗਿਆ। ਜ਼ਿੰਦਗੀ ਪਹਿਲਾਂ ਦੇ ਮੁਕਾਬਲੇ ਮਿਹਨਤ ਪੱਖੋਂ ਬਹੁਤ ਸੌਖੀ ਹੋ ਗਈ। ਹੁਣ ਖੇਤੀ ਦਾ ਕੰਮ ਮਸ਼ੀਨਾਂ ਸਦਕੇ ਆਸਾਨੀ ਨਾਲ ਹੋਣ ਲੱਗ ਪਿਆ ਸੀ। ਹਰੀ ਕ੍ਰਾਂਤੀ ਨੇ ਸਾਡੇ ਸਮਾਜਿਕ ਤਾਣੇ ਬਾਣੇ ਦਾ ਬੁਰੀ ਤਰ੍ਹਾਂ ਨਾਸ਼ ਮਾਰ ਦਿੱਤਾ। ਲੋਕਾਂ ਵਿਚਲੀ ਭਾਈਚਾਰਕ ਸਾਂਝ, ਵਟਾਂਦਰਾ ਪ੍ਰਣਾਲੀ ਹਰੀ ਕ੍ਰਾਂਤੀ ਦੀ ਭੇਟ ਚੜ੍ਹ ਗਈ। ਹੁਣ ਸਾਰਾ ਲੈਣ ਦੇਣ ਪੈਸਿਆਂ ਦੇ ਰੂਪ ਵਿੱਚ ਹੋਣ ਲੱਗ ਪਿਆ। ਖੇਤੀ ਦੇ ਮਸ਼ੀਨੀਕਰਨ ਕਰਕੇ ਹੌਲੀ-ਹੌਲੀ ਖੇਤੀ ਕਾਮੇ ਖੇਤੀ ਵਿੱਚੋਂ ਬਾਹਰ ਹੁੰਦੇ ਚਲੇ ਗਏ। ਖੇਤੀ ਵਿੱਚ ਨਦੀਨ ਨਾਸ਼ਕ ਜ਼ਹਿਰਾਂ ਦੀ ਆਮਦ ਨੇ ਲਗਭਗ ਸਾਰੇ ਖੇਤ ਮਜ਼ਦੂਰਾਂ ਨੂੰ ਖੇਤਾਂ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇੱਥੇ ਹੀ ਬਸ ਨਹੀਂ, ਹਰੀ ਕ੍ਰਾਂਤੀ ਦੇ ਪਿੱਛੇ ਆਏ ਵੱਖ-ਵੱਖ ਖੇਤੀ ਸੰਦ ਬਣਾਉਣ ਵਾਲੇ ਤੇ ਹੋਰਨਾਂ ਉਦਯੋਗਾਂ ਨੇ ਸਮਕਾਲੀ ਗ੍ਰਾਮੀਣ ਲਘੂ ਉਦਯੋਗਾਂ ਦਾ ਵੀ ਨਾਸ਼ ਮਾਰ ਕੇ ਰੱਖ ਦਿੱਤਾ। ਇਸ ਸਾਰੇ ਘਟਨਾ ਚੱਕਰ ਵਿੱਚ ਕਿਸਾਨ ਥੋੜੇ ਸਮੇਂ ਲਈ ਖੁਸ਼ਹਾਲ ਤਾਂ ਹੋਇਆ, ਪਰ ਲੋਕਾਂ ਦੀ ਇੱਕ ਵੱਡੀ ਗਿਣਤੀ ਬੇਕਾਰ ਤੇ ਬੇਰੁਜ਼ਗਾਰ ਹੋ ਗਈ। ਬੀਤਦੇ ਸਮੇਂ ਨਾਲ ਵਾਤਾਵਰਣ ਵਿੱਚ ਭਾਰੀ ਵਿਗਾੜ ਆਉਣ ਲੱਗ ਪਏ। ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗ ਪਿਆ। ਉਸ ਵਿੱਚ ਰਸਾਇਣਕ ਖਾਦਾਂ ਦੇ ਅੰਸ਼ ਘੁਸਪੈਠ ਕਰ ਗਏ ਤੇ ਚੁਗਿਰਦੇ ਤੇ ਖੁਰਾਕ ਲਈ ਫਸਲਾਂ ਉੱਤੇ ਛਿੜਕੇ ਜਾਣ ਵਾਲੇ ਕੀੜੇਮਾਰ ਜ਼ਹਿਰਾਂ ਦੀ ਮਿਲਾਵਟ ਹੋਣੀ ਸ਼ੁਰੂ ਹੋ ਗਈ ਤੇ ਇਹ ਸਭ ਹਾਲੇ ਤੱਕ ਬੇਰੋਕ ਜਾਰੀ ਹੈ। ਖੇਤੀ ਦਾ ਰਸਾਇਣਕ ਮਾਡਲ ਟਿਕਾਊ ਸਾਬਤ ਨਾ ਹੋ ਸਕਿਆ। ਖੇਤੀ ਦੇ ਇਸ ਵਿਸ਼ੇਸ਼ ਤੌਰ ਉੱਤੇ ਪ੍ਰਚਾਰੇ ਗਏ ਮਾਡਲ ਦੇ ਚੱਲਦਿਆਂ ਕਿਸਾਨ ਕਰਜ਼ਿਆਂ ਦੀ ਦਲਦਲ ਵਿੱਚ ਗਹਿਰੇ ਤੇ ਹੋਰ ਗਹਿਰੇ ਫਸਦੇ ਚਲੇ ਗਏ ਤੇ ਉਹਨਾਂ ਵਿੱਚ ਖੁਦਕੁਸ਼ ਪ੍ਰਵਿਰਤੀ ਘਰ ਕਰ ਗਈ। ਸਿੱਟੇ ਵਜੋਂ ਬੀਤੇ 10-15 ਸਾਲਾਂ ਦੌਰਾਨ ਪੰਜਾਬ ਦੇ ਕਈ ਹਜ਼ਾਰਾਂ ਕਿਸਾਨਾਂ ਨੇ ਜ਼ਿਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਖੁਦਕੁਸ਼ੀ ਕਰ ਲਈ।
ਪਿਛਲੇ 10-12 ਵਰ੍ਹਿਆਂ ਦੇ ਦੌਰਾਨ ਲਗਭਗ 2 ਲੱਖ ਕਿਸਾਨ ਖੇਤੀ ਤੋਂ ਬਾਹਰ ਵੀ ਹੋ ਗਏ। ਇਸ ਤੋਂ ਅੱਗੇ ਅਗਲੀ ਕਿਸ਼ਤ ਵਿੱਚ ਜੇ ਆਪਾਂ ਵੇਖਦੇ ਹਾਂ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਜਿੱਥੇ-ਜਿੱਥੇ ਵੀ ਆਪਣੇ ਲੋਕ ਬੈਠੇ ਹਨ, ਜੇ ਸਭ ਤੋਂ ਵੱਧ ਚਰਚਾ ਹੈ ਤਾਂ ਅੱਜ ਇੱਕੋ ਗੱਲ ਦੀ ਹੈ, ਉਹ ਕਿਸਾਨੀ ਸੰਘਰਸ਼ ਦੀ ਹੋ ਰਹੀ ਹੈ। ਦਿੱਲੀ ਦੇ ਵਿੱਚ ਜਿਹੜਾ ਮੋਰਚਾ ਲੱਗਾ ਹੋਇਆ ਹੈ, ਇਸ ਦੀ ਗੱਲ ਚੱਲ ਰਹੀ ਹੈ। ਸੋ ਸਾਡੇ ਸਾਰੇ ਪਰਿਵਾਰ ਜਿਹੜੇ ਹਨ ਇਸ ਤੋਂ ਪ੍ਰਭਾਵਿਤ ਹਨ, ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ, ਇਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਦਿੱਲੀ ਪਹੁੰਚੇ ਹੋਏ ਹਨ ਲੋਕ, ਔਰ ਬਹੁਤ ਸਾਰੇ ਸੋਚ ਰਹੇ ਹਨ ਕਿ ਕਿਹੜੀ ਘੜੀ ਅਸੀਂ ਉੱਥੇ ਇਸ ਸੰਘਰਸ਼ ਦੇ ਵਿੱਚ ਉਹਨਾਂ ਕਿਸਾਨਾਂ ਦਾ ਜਾ ਕੇ ਸਾਥ ਦੇਈਏ। ਇਸੇ ਤੇ ਆਧਾਰਿਤ ਸਾਡੇ ਇੱਥੇ ਇੱਕ ਸ਼ਾਰਟ ਫਿਲਮ ਬਣੀ ਹੈ, ਕੈਨਵੁੱਡ ਫਿਲਮਸ ਦੀ ਇਹ ਪੇਸ਼ਕਸ਼ ਹੈ, ਪਰਦੇਸੋਂ ਪੰਜਾਬ। ਆਓ ਵੇਖਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਟੈਲੀ ਫਿਲਮ। ਉਹ ਸੁਣਾ ਬਈ ਪਟਵਾਰੀਆ, ਕੈਨੇਡਾ ਆਇਆ ਗਿਣਤੀ ਮਿੰਟੀ ਚ? ਨਾ ਮੈਨੂੰ ਕੀ ਕਹਿਣਾ, ਤੂੰ ਵੀ ਤਾਂ ਥਾਣੇਦਾਰ ਸੀ। ਸੂਤ ਕਰਤਾ ਕੈਨੇਡਾ ਨੇ, ਬੰਦਾ ਬਣਾਤਾ ਬਈ। ਆ ਕੌਣ ਆਉਂਦਾ? ਇਹ ਤਾਂ ਬਚਨ ਸੋ ਆ ਲੈ, ਇਹਨੂੰ ਵੀ ਬੱਚਿਆਂ ਤੋਂ ਬੇਲ ਮਿਲ ਗਈ ਆ ਜਾ ਪੰਜਾਬ ਤੋਂ ਖਬਰਾਂ ਵੀ ਆਉਣ ਵਾਲੀਆਂ। ਲੈ ਵੀ ਟਾਈਮ ਤਾਂ ਹੋਇਆ ਪਿਆ ਖਬਰਾਂ ਦਾ, ਲਾ ਨਾ ਪਟਵਾਰੀ। ਇਹ ਆ ਲਓ ਜੀ। ਹੁਣ ਤੁਸੀਂ ਹਰਜਿੰਦਰ ਸਿੰਘ ਥਿੰਦ ਤੋਂ ਖਬਰਾਂ ਸੁਣੋ। ਭਾਰਤ ਦੀ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਪੁੱਛਿਆ ਕਿ ਕੀ ਤੁਸੀਂ ਨਵੇਂ ਖੇਤੀ ਕਾਨੂੰਨਾਂ ਦੇ ਵਕਤੀ ਤੌਰ ਤੇ ਹੋਲਡ ਲਾ ਸਕਦੇ ਹੋ? ਜੇਕਰ ਨਹੀਂ ਤਾਂ ਇਹ ਰੋਕ ਅਸੀਂ ਲਾਵਾਂਗੇ। ਦਿੱਲੀ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀਆਂ ਟਰਾਲੀਆਂ ਵਿੱਚ ਪਾਣੀ ਆ ਗਿਆ ਹੈ। ਤਰਪਾਲਾਂ ਲੀਕ ਕਰ ਗਈਆਂ, ਕੰਬਲ ਤੇ ਗੱਦੇ ਪਾਣੀ ਨਾਲ ਭਿੱਜ ਗਏ ਨੇ। ਅੰਤਾਂ ਦੀ ਸਰਦੀ ਕਰਕੇ ਕਿਸਾਨ ਠੁੱਠਰ ਕਰ ਰਹੇ ਹਨ, ਪਰ ਉਹਨਾਂ ਦੇ ਹੌਸਲੇ ਬੁਲੰਦ ਨੇ। ਦਿੱਲੀ ਤੋਂ ਖਬਰਾਂ ਆ ਰਹੀਆਂ ਨੇ ਕਿ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਗਿਣਤੀ 70 ਨੂੰ ਪਾਰ ਕਰ ਗਈ ਹੈ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਲੈ ਵੀ ਭਰਾਵੋ, ਤੁਸੀਂ ਬੈਠੋ ਤੇ ਮੈਂ ਚੱਲਿਆ ਸਿੱਧਾ ਦਿੱਲੀ ਜਾਊਂ ਧਰਨੇ ਵਿੱਚ। ਉਹ ਬਹਿ ਜਾ, ਤੈਨੂੰ ਕਿਹਨੇ ਪੁੱਛਣਾ? ਉਹ ਬੱਚਿਆਂ ਦੀ ਡਾਰ ਕੌਣ ਸੰਭੂਗਾ? ਓਏ ਯਾਰ, ਬੱਚਿਆਂ ਦੀ ਡਾਰ? ਉਹ ਨਹੀਂ ਬੱਚੇ ਜਿਹੜੇ ਉੱਥੇ ਰੁਲਦੇ ਆਗੇ, ਉਹ ਵੀ ਆਪਣੀ ਬੱਚੇ ਆ। ਮੈਂ ਚੱਲਿਆ ਭਰਾਵੋ। ਭਾਈ ਬਚਨ ਸਿਆ, ਚੱਲਿਆ ਤਾਂ ਤੂੰ ਹੈਗਾ, ਪਰ ਸਾਡਾ ਵੀ ਇੱਕ ਸੁਨੇਹਾ ਲੈ ਜਾ। ਉੱਥੇ ਕਿਸਾਨਾਂ ਨੂੰ ਕਹੀਂ ਬਈ ਰਵਾਇਤੀ ਧਿਰਾਂ ਛੱਡ ਕੇ ਇੱਕ ਆਪਣੀ ਧਿਰ ਮਜ਼ਬੂਤ ਬਣਾਓ। ਜਦੋਂ ਤੂੰ ਜਿੱਤ ਕੇ ਆਵੇਂਗਾ ਤੇ ਅਸੀਂ ਵੀ ਤੇਰਾ ਸਵਾਗਤ ਕਰਾਂਗੇ। ਜਿਹੜਾ ਜ਼ੁਲਮ ਹੋ ਰਿਹਾ। ਡੈਡੀ, ਕੀ ਗੱਲ ਤੁਹਾਡਾ ਅੱਜ ਕੁਝ ਮੂਡ ਠੀਕ ਨਹੀਂ ਲੱਗ ਰਿਹਾ? ਓਏ ਇੰਦਰ ਪੁੱਤਰਾ, ਤੂੰ ਵੀ ਰੋਜ਼ ਖਬਰਾਂ ਸੁਣਦਾ ਤੇ ਦੇਖਦਾ ਟੀਵੀ ਤੇ ਰੇਡੀਓ ਤੇ। ਕਿਸਾਨ ਧਰਨਾ ਲਾਈ ਬੈਠਿਆ ਦਿੱਲੀ ਵਿੱਚ, ਤੇ ਮੈਂ ਵੀ ਉੱਥੇ ਜਾਣਾ ਚਾਹੁੰਦਾ। ਪਰ ਡੈਡੀ, ਤੁਸੀਂ ਕੀ ਕਰੋਗੇ ਉੱਥੇ? ਤੁਹਾਡਾ ਕੀ ਕੰਮ ਹੈ? ਉਹ ਪੁੱਤਰਾ, ਆਪਣੀ ਵੀ ਤਾਂ ਜ਼ਮੀਨ ਉੱਥੇ ਹੀ ਆ। ਪਰ ਆਪਣਾ ਤਾਂ ਕਾਰੋਬਾਰ ਹੁਣ ਕੈਨੇਡਾ ਦੇ ਵਿੱਚ ਠੀਕ ਹੈ। ਭਾਵੇਂ ਕਾਰੋਬਾਰ ਸੈੱਟ ਆ, ਪਰ ਸਾਡੀਆਂ ਜੜ੍ਹਾਂ ਤਾਂ ਉੱਥੇ ਹੀ ਆ ਨਾ, ਪੰਜਾਬ 'ਚ। ਪਰ ਮੈਂ ਅੱਜ ਸ਼ਾਮੀ ਰਾਜਵੀਰ ਨਾਲ ਗੱਲ ਕਰ ਸਕਦਾਗਾ। ਠੀਕ ਆ, ਕਰ ਲਿਓ, ਪਰ ਮੈਂ ਜਾਣਾ ਜ਼ਰੂਰ ਆ। ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਨ
ਰਾਜਵੀਰ ਗੱਲ ਕਰਨੀ ਸੀ ਕੋਈ। ਦੱਸ। ਡੈਡੀ ਚੱਲੇ ਫਿਰ ਇੰਡੀਆ। ਇੰਡੀਆ ਕਿਉਂ? ਕਿੰਨੀ ਵਾਰੀ ਕਿਹਾ ਜ਼ਮੀਨ ਵੇਚ ਦਿਓ। ਯਾਰ ਤੈਨੂੰ ਪਤਾ ਤਾਂ ਹੈ ਮੈਂ ਕਿੰਨੀ ਵਾਰ ਕਿਹਾ ਡੈਡੀ ਨੂੰ, ਡੈਡੀ ਕਿਹੜਾ ਮੰਨਦਾ। ਪਹਿਲਾਂ ਜ਼ਮੀਨ ਦਾ ਬਹਾਨਾ ਤੇ ਹੁਣ ਧਰਨੇ ਦਾ ਬਹਾਨਾ। ਨਿਆਣਿਆਂ ਦਾ ਤਾਂ ਕੰਮ ਦਾ ਪਤਾ ਨਹੀਂ ਕੀ ਬਣੂਗਾ, ਉੱਪਰੋਂ ਦੀ ਆਉਣ ਜਾਣ ਦਾ ਇੰਨਾ ਖਰਚਾ। ਕੋਈ ਨਹੀਂ, ਮੈਂ ਡੈਡੀ ਨਾਲ ਸਵੇਰੇ ਗੱਲ ਕਰਦਾ ਆਪੇ। ਹੁਣ ਤੁਸੀਂ ਹਰਜਿੰਦਰ ਸਿੰਘ ਹਿੰਦ ਤੋਂ ਖਬਰਾਂ ਸੁਣੋ। ਭਾਰਤ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਪੁੱਛਿਆ ਕਿ ਕੀ ਤੁਸੀਂ ਨਵੇਂ ਖੇਤੀ ਕਾਨੂੰਨਾਂ ਦੇ ਵਕਤੀ ਤੌਰ ਤੇ ਵੋਟ ਲਾ ਸਕਦੇ ਹੋ। ਜੇਕਰ ਨਹੀਂ ਤਾਂ ਕੀ ਮੰਗਾਂ ਦਿੱਲੀ ਵਿੱਚ ਭਾਜਪਾ ਸ਼ੋਰਕਾਰ ਦੇ ਮੌਕੜਾਂ ਤੇ ਬੈਠੇ ਕਿਸਾਨਾਂ ਦੀਆਂ ਟਰਾਲੀਆਂ ਵਿੱਚ ਪਾਣੀ ਆ ਗਿਆ ਹੈ। ਤਰਪਾਲਾਂ ਨਿਕਲ ਗਈਆਂ, ਕੰਬਲ ਤੇ ਗੱਦੇ ਪਾਣੀ ਨਾਲ ਭਿੱਜ ਗਏ ਨੇ। ਆਮਦਾਂ ਦੀ ਸਰਦੀ ਬੱਚਿਓ, ਤੁਹਾਨੂੰ ਪਤਾ ਇਨ੍ਹਾਂ ਹੀ ਠੰਡ ਦੇ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਪੰਥ ਉੱਤੇ ਬਹੁਤ ਵੱਡੀ ਭੀੜ ਪਈ ਸੀ ਪੁੱਤ। ਬੱਚਿਓ, ਦਾਦੀ ਜੀ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕੀਤਾ ਗਿਆ। ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ। ਕਿੱਥੇ ਦਾਦਾ ਜੀ? ਸਰਹੰਦ ਪੁੱਤਰ। ਸਰਹੰਦ ਕਿੱਥੇ ਆ ਦਾਦਾ ਜੀ? ਸਰਹੰਦ ਪੰਜਾਬ 'ਚ ਹੀ ਆ ਪੁੱਤ। ਜਦੋਂ ਮੈਂ ਗਿਆ ਨਾ ਹੁਣ ਤੇ ਉੱਥੋਂ ਮੈਂ ਨਾ ਫਿਰ ਲੈ ਕੇ ਆਊਂ ਦੋਨਾਂ ਲਈ, ਬਈ ਉੱਥੋਂ ਕਿਤਾਬਾਂ ਨਾਲੇ ਸਾਹਿਬਜ਼ਾਦਿਆਂ ਦੀਆਂ ਮੂਵੀਆਂ। ਚੰਗਾ ਹੈ, ਚਲੋ ਹੁਣ ਖਾ ਪੀ ਲਓ। ਵਾਹਿਗੁਰੂ। ਸਤਿ ਸ਼੍ਰੀ ਅਕਾਲ ਡੈਡੀ ਜੀ। ਸਤਿ ਸ਼੍ਰੀ ਅਕਾਲ ਡੈਡੀ। ਡੈਡੀ ਜੀ, ਮੈਂ ਸੁਣਿਆ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ। ਹਾਂ ਰਾਜਵੀਰ ਪੁੱਤਰਾ, ਮੈਂ ਦਿੱਲੀ ਜਾਣਾ ਕਿਸਾਨ ਮੋਰਚੇ ਵਿੱਚ। ਡੈਡੀ, ਪਰ ਤੁਸੀਂ ਉੱਥੇ ਜਾ ਕੇ ਕੀ ਕਰੋਗੇ? ਉਹ ਪੁੱਤਰਾ, ਮੇਰਾ ਜ਼ਮੀਨ ਦੇ ਨਾਲ ਮੇਰੀ ਜ਼ਮੀਰ ਦਾ ਸਵਾਲ ਆ। ਮੈਨੂੰ ਇਹ ਸਮਝ ਨਹੀਂ ਆਉਂਦੀ, ਆਪਾਂ ਉਹ ਜ਼ਮੀਨ ਨੂੰ ਵੇਚ ਕਿਉਂ ਨਹੀਂ ਦਿੰਦੇ? ਓਏ ਰਾਜਵੀਰ ਪੁੱਤਰਾ, ਜਿਹੜੀ ਜ਼ਮੀਨ ਨੂੰ ਵਿਕਣੋਂ ਬਚਾਉਣ ਲਈ ਮੈਂ ਤੁਹਾਨੂੰ ਲੈ ਕੇ ਇੱਥੇ ਆਇਆ ਸੀ, ਉਹਨੂੰ ਤੂੰ ਵੇਚਣ ਲਈ ਮੇਰੇ ਜਿਉਂਦਿਆਂ ਜੀ ਕਦੇ ਸੋਚੀ ਵੀ ਨਾ। ਪਰ ਡੈਡੀ, ਇਹੋ ਜੀ ਕਰੋਨਾ ਵਰਗੀ ਮਹਾਮਾਰੀ 'ਚ ਤੇ ਕਹਿਰ ਦੀ ਠੰਡ ਵਿੱਚ ਅਸੀਂ ਤੁਹਾਨੂੰ ਇਕੱਲਿਆਂ ਨੂੰ ਕਿਵੇਂ ਭੇਜ ਸਕਦੇ ਹਾਂਗੇ? ਓਏ ਪੁੱਤਰਾ, ਜਿਨ੍ਹਾਂ ਨੂੰ ਆਪਣੀ ਜ਼ਮੀਨ ਤੇ ਜ਼ਮੀਰ ਦਾ ਪਤਾ, ਉਹਨਾਂ ਨੂੰ ਠੰਡਾਂ ਕੁਛ ਨਹੀਂ ਕਰਦੀਆਂ। ਇਹੋ ਜਿਹੀਆਂ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਜ਼ਿੰਦਗੀ 'ਚ। ਪਤਾ ਨਹੀਂ ਕਿਸਾਨਾਂ ਦੀ ਜ਼ਮੀਨ ਸਰਕਾਰ ਦੀਆਂ ਅੱਖਾਂ ਵਿੱਚ ਕਿਉਂ ਰੜਕ ਰਹੀ ਆ, ਜਿਹੜਾ ਕਿ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਕਿਸਾਨ। ਜਦ ਡੈਡੀ ਜੀ ਇੰਡੀਆ ਜਾ ਕੇ ਆਪਾਂ ਖੇਤੀ ਨਹੀਂ ਕਰਨੀ, ਫਿਰ ਕਿਉਂ ਜ਼ਮੀਨ ਕਰੀ ਜਾਂਦੇ ਆ? ਉਹ ਧੀਏ, ਮੈਨੂੰ ਸਮਝ ਨਹੀਂ ਆਉਂਦੀ ਬਈ ਤੁਹਾਡੇ ਸਮਝ ਨਹੀਂ ਆਉਂਦਾ ਕਿ ਮੇਰੇ ਸਮਝ ਨਹੀਂ ਆਉਂਦਾ। ਜਿਹੜਾ ਇੱਕ ਰੁੱਖ ਆ ਜਦੋਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਂਦਾ, ਉਹਦਾ ਫਲ ਤੇ ਉਹਦੇ ਫੁੱਲ ਸੁੱਕ ਜਾਂਦੇ ਆ। ਸੋ ਬਚਨ ਸਿੰਘ ਦੀ ਜੜਾ ਜਿਹੜੀ ਉਹ ਪੰਜਾਬ ਵਿੱਚ ਆ, ਮੈਂ ਉਹਨੂੰ ਬਚਾਉਣ ਲਈ, ਪਾਣੀ ਪਾਉਣ ਲਈ ਉੱਥੇ ਜਾਣਾ ਹੀ ਜਾਣਾ। ਨਾਲੇ ਜਿਹੜੀ ਸਾਡੀ ਜ਼ਮੀਨ ਆ ਪਰਦੇਸੀਆਂ ਦੀ, ਉਹਦੇ ਵਿੱਚ ਸਾਡੇ ਰਿਸ਼ਤੇਦਾਰ ਜਾਂ ਸਾਡਾ ਭਾਈਚਾਰਾ ਹਲ ਚਲਾਉਂਦਾ ਚੰਗਾ ਲੱਗਦਾ, ਨਾ ਕਿ ਕਾਰਪੋਰੇਟ ਘਰਾਣੇ। ਕਰੋ ਮਰਜ਼ੀਆਂ। ਚਲੋ ਡੈਡੀ ਜੀ, ਫਿਰ ਸ਼ਾਮ ਨੂੰ ਕਰਦੇ ਹਾਂ ਤੁਹਾਡੇ ਨਾਲ ਗੱਲ ਆ ਕੇ। ਚਲੋ ਜੋ ਮਰਜ਼ੀ ਕਰੋ ਪੁੱਤਰੋ, ਮੈਂ ਜਾਣਾ ਜ਼ਰੂਰ ਆ। ਚੰਗਾ ਫਿਰ।
ਤੇ ਦੁਹਾਈਆਂ ਪਾਵੇ ਹਜ਼ਾਰਾਂ ਦਾ ਟਰੱਕ ਬੱਲੀਏ। ਹਜ਼ਾਰਾਂ ਦਾ ਟਰੱਕ ਬੱਲੀਏ ਜੀਟੀ ਰੋਡ ਤੇ ਦੁਹਾਈਆਂ ਪਾਵੇ। ਉਹ ਆ ਗਿਆ ਬਾਈ ਮੰਤਰੀ, ਆ ਜਾ ਆ ਜਾ ਆ ਜਾ। ਓਏ ਆ ਗਿਆ ਆ ਗਿਆ। ਉਹ ਕੀ ਦੇਖੀ ਜਾਂਦੇ ਹੋ? ਦੇਖਣਾ ਕੀ ਹੈ ਬਾਈ, ਅਮੀਰਾਂ ਤੇ ਜ਼ਮੀਰਾਂ ਦੀ ਲੜਾਈ ਦੇਖ ਰਹੇ ਬਹੁਤ ਮਾੜਾ ਹੋ ਰਿਹਾ ਆਹ ਦੇਖ ਦਿੱਲੀ 'ਚ ਕੀ ਹੋ ਰਿਹਾ। ਆਪਣੇ ਵੀ ਰੈਲੀ ਅੱਜ ਸਰੀ ਦੇ ਵਿੱਚ, ਤੁਸੀਂ ਕਿੱਧਰ ਚੱਲੇ ਹੋ? ਉਹ ਮੈਂ ਯਾਰ ਲੋਡ ਲੈ ਕੇ ਚੱਲਿਆ ਬਾਈ। ਕੈਂਸਲ ਕਰ ਲੋ ਲਾੜ ਯਾਰ, ਅੱਜ ਤਾਂ ਰੈਲੀ ਚੱਲਦੇ ਆ। ਓਕੇ ਯਾਰ, ਮੈਂ ਵੀ ਕਰ ਦਿੰਦਾ ਕੰਪਨੀ 'ਚ ਫੋਨ। ਚੱਲ ਮੈਂ ਵੀ ਦਫ਼ਤਰ ਜਾ ਕੇ ਕਰਦਾ ਗੱਲ, ਪਾੜੇ ਤੇ ਦਵਾਈ ਵਾਲੇ ਨੂੰ ਲੈ ਕੇ ਜਾਣਾ ਨਾਲ। ਚੱਲ ਚੰਗਾ ਵੀਰ, ਓਕੇ। ਆ ਦੇਖੀ ਮਾੜਾ ਜਾ, ਲੋਡ ਹਾਲੇ ਕੋਈ ਵੀ ਨਹੀਂ ਗਿਆ। ਸੁੱਖ ਦਾ ਫੋਨ ਆਇਆ ਸੀਗਾ ਬਾਈ। ਕਿਉਂ? ਉਹ ਤੁਹਾਨੂੰ ਮਿਲਣਾ ਚਾਹੁੰਦੇ ਆ। ਫਿਰ ਕਰ ਯਾਰ ਉਹਨਾਂ ਨੂੰ ਫੋਨ, ਐ ਤਾਂ ਲੋਡ ਹੀ ਬਹੁਤ ਲੇਟ ਹੋ ਜਾਣਗੇ, ਟਾਈਮ ਬਹੁਤ ਹੋ ਗਿਆ। ਹੈਲੋ ਸੁੱਖ, ਕਿੱਥੇ ਜੇ ਹੋ ਤੁਸੀਂ? ਕਹਿ ਰਹੇ ਸੀ ਰਾਜਵੀਰ ਬਾਈ ਜੀ ਨੂੰ ਮਿਲਣਾ ਹੈਗਾ। ਓਕੇ ਆ ਜਾਓ ਫਿਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਕਿਵੇਂ ਸੁੱਖ? ਭਾਜੀ ਰਿਕਵੈਸਟ ਹੈ ਸਾਡੀ। ਦੱਸੋ। ਅੱਜ ਲੋਡ ਲੈ ਕੇ ਨਹੀਂ ਜਾਣਾ ਸੀ। ਕਿਉਂ? ਕਿਸਾਨ ਰੈਲੀ ਤੇ ਜਾਣਾ ਸਰੀ ਤੋਂ ਵੈਨਕੂਵਰ। ਚਲੋ ਉਹ ਤਾਂ ਠੀਕ ਹੈ, ਪਰ ਕੰਮ ਤਾਂ ਕੰਮ ਹੀ ਹੈ ਯਾਰ। ਤੁਸੀਂ ਮੈਨੂੰ ਲੱਗਦਾ 2 ਜਣੇ ਤਾਂ ਤੁਸੀਂ ਹਾਲੇ ਕੱਲ ਪਰਸੋਂ ਸਟੱਡੀ ਵੀਜ਼ੇ ਤੋਂ ਵਰਕ ਪਰਮਿਟ ਤੇ ਹੋਏ ਹੋ, ਤੇ ਆਪਾਂ ਮਹਾਰਾਜ ਦੁਬਈ ਤੋਂ ਆਏ ਆ। ਫਿਰ ਲੋਡ ਦਾ ਕੀ ਬਣੂ? ਭਾਜੀ ਰਿਕਵੈਸਟ ਹੀ ਅੱਜ ਜਾ ਲੈਣ ਦੋ। ਨਹੀਂ ਚਲੋ ਉਹ ਤਾਂ ਮੈਂ ਤੁਹਾਡੀ ਗੱਲ ਮੰਨਦਾ, ਪਰ ਲੋਡ ਵਾਲਿਆਂ ਨੂੰ ਮੈਂ ਕੀ ਕਹੂੰਗਾ? ਨਹੀਂ ਲੋਡ ਪਹੁੰਚਾ ਦੇਾਂਗੇ। ਪਾ ਲੈਣ ਦਿਓ ਭਾਜੀ ਇੱਕ ਦਿਨ ਲਈ ਯੋਗਦਾਨ। ਤੁਹਾਨੂੰ ਪਤਾ ਹੀ ਆ, ਸਾਡੇ ਬਜ਼ੁਰਗ, ਸਾਡੇ ਬੱਚੇ, ਸਾਡੀਆਂ ਮਾਵਾਂ ਕਿੰਨੇ ਦਿਨਾਂ ਤੋਂ ਉੱਥੇ ਰੁਲੀ ਜਾਂਦੇ ਆ। ਅਸੀਂ ਹੋਰ ਤਾਂ ਕੁਝ ਕਰ ਨਹੀਂ ਸਕਦੇ, ਉੱਥੇ ਜਾ ਨਹੀਂ ਸਕਦੇ। ਉੱਥੇ ਨਹੀਂ, ਰੈਲੀ 'ਚ ਤਾਂ ਜਾ ਸਕਦੇ ਆ ਭਾਜੀ, ਪਲੀਜ਼। ਕੋਈ ਨਹੀਂ, ਫਿਰ ਮੈਨੂੰ ਦਿਓ ਤੁਸੀਂ 2 ਮਿੰਟ, ਮੈਂ ਕਰਦਾ ਗੱਲ ਤੁਹਾਡੇ ਨਾਲ। ਠੀਕ ਹੈ ਜੀ, ਥੈਂਕ ਯੂ। ਓਕੇ। ਤੇ ਬਾਈ ਕੀ ਕਰੀਏ ਫਿਰ ਹੁਣ? ਕਰਨਾ ਕੀ ਹੈ ਯਾਰ, ਬਾਪੂ ਦੀ ਕਰਾਓ ਟਿਕਟ ਤੇ ਸੁਖਰਾ ਨੂੰ ਕਹਿ ਜਾਣਗੇ ਰੈਲੀ ਤੇ ਮੈਂ ਕਰਦਾ ਰਾਮਾ ਨੂੰ ਫੋਨ। ਤੂੰ ਦੇਖ ਕੰਮ ਕਰ ਮਾੜਾ ਜਾ। ਸੁੱਖ। ਹਾਂਜੀ ਭਾਜੀ। ਬਾਈ ਜੀ ਕਹਿੰਦੇ ਜਾਓ ਤੁਸੀਂ ਰੈਲੀ ਤੇ। ਠੀਕ ਆ ਭਾਜੀ, ਥੈਂਕ ਯੂ। ਲੋਡ ਦਾ ਫਿਕਰ ਨਾ ਕਰਿਓ। ਓਕੇ ਓਕੇ। ਹੈਲੋ ਹੈਲੋ ਰਾਜਵੀਰ। ਹਾਂ ਰਮਨ, ਉਹ ਯਾਰ ਟਿਕਟ ਕਰਾਓ ਬਾਪੂ ਦੀ, ਹਨਾ? ਕਿਉਂ, ਕੀ ਗੱਲ ਹੋਈ? ਨਹੀਂ ਮੈਂ ਤੈਨੂੰ ਦੱਸਦਾ ਆ ਕੇ ਕੀ ਹੋਇਆ। ਤੇ ਬਾਪੂ ਦੀ ਟਿਕਟ ਕਰਾਓ ਤੁਸੀਂ ਐਜ਼ ਸੂਨ ਐਜ਼ ਪੋਸੀਬਲ। ਮੈਂ ਘਰੇ ਆ ਕੇ ਮਿਲਦਾ ਤੈਨੂੰ, ਦੱਸਦਾ ਮੈਂ ਆ ਕੇ। ਓਕੇ ਬਾਏ। ਠੀਕ ਹੈ ਫਿਰ? ਠੀਕ ਹੈ ਬਾਈ ਜੀ। ਤੇ ਚੱਲੀਏ ਫਿਰ ਘਰ ਨੂੰ? ਚਲੋ ਆਓ ਫਿਰ। ਹੈਲੋ ਹਾਈ, ਇਟਸ ਅ ਟੀਨਸਾ ਟਰੈਵਲ। ਓਕੇ ਜੀ, ਸਾਨੂੰ ਨਾ ਇੰਡੀਆ ਦੀ ਟਿਕਟ ਚਾਹੀਦੀ ਸੀ। ਜਿੰਨੀ ਜਲਦੀ ਹੋ ਸਕੇ। ਸਾਨੂੰ ਡਾਇਰੈਕਟ ਫਲਾਈਟ ਚਾਹੀਦੀ ਆ ਵੈਨਕੂਵਰ ਟੂ ਦਿੱਲੀ ਦੀ। ਉਹਨਾਂ ਦਾ ਨਾਮ ਹੈਗਾ ਬਚਨ ਸਿੰਘ, ਲਾਸਟ ਨੇਮ ਉਹਨਾਂ ਦਾ ਹੈਗਾ ਸੇਖੋਂ। ਹਾਂ ਤੁਸੀਂ ਚੈੱਕ ਕਰੋ, ਹਮੇਸ਼ਾ ਤੁਹਾਡੇ ਤੋਂ ਹੀ ਕਰਾਉਨੇ ਆ, ਪਰ ਮੈਂ ਤੁਹਾਨੂੰ ਭੇਜ ਵੀ ਦਿੰਨੀ ਆ। ਤੇ ਨਾਲੇ ਮੈਨੂੰ ਤੁਸੀਂ ਦੱਸ ਦਿਓ ਕਿੰਨੇ ਦੀ ਟਿਕਟ ਆ, ਮੈਂ ਤੁਹਾਨੂੰ ਪੇਮੈਂਟ ਵੀ ਕਰ ਦਿੰਨੀ ਆ। ਠੀਕ ਹੈ ਜੀ, ਅੱਜ ਦੀ ਹੈਗੀ ਆ ਤੇ ਕਰ ਦਿਓ ਰਾਤ ਦੀ। ਥੈਂਕ ਯੂ। ਰਮਨ, ਡੈਡੀ ਦੀ ਟਿਕਟ ਦਾ ਕੀ ਬਣਿਆ? ਟਿਕਟ ਮੈਂ ਉਹਨਾਂ ਦੀ ਅੱਜ ਸ਼ਾਮ ਦੀ 8 ਵਜੇ ਦੀ ਕਰਵਾ ਦਿੱਤੀ। ਦੈਟਸ ਗੁੱਡ। ਪਰ ਤੁਸੀਂ ਮੰਨ ਕਿੱਦਾਂ ਗਏ? ਮੈਨੂੰ ਮਹਿਸੂਸ ਹੋਇਆ ਜਿਹੜੇ ਬੰਦੇ ਨੇ ਮਿੱਟੀ ਦੀ ਮਹਿਕ ਆਪਣੇ ਪਿੰਡੇ ਤੇ ਹੰਡਾਈ ਹੋਵੇ ਨਾ, ਉਹ ਬੰਦਾ ਨਹੀਂ ਭੁੱਲ ਸਕਦਾ। ਮੈਨੂੰ ਐਂ ਲੱਗਦਾ ਹੈ ਜਿਵੇਂ ਉਹਨੂੰ ਮਿੱਟੀ ਉਹਨੂੰ ਆਵਾਜ਼ਾਂ ਮਾਰਦੀ ਹੈ। ਮੈਨੂੰ ਲੱਗਿਆ ਕਿ ਆਪਾਂ ਗਲਤ ਕਰ ਰਹੇ ਹਾਂ, ਡੈਡੀ ਨੂੰ ਜਾਣਾ ਹੀ ਚਾਹੀਦਾ। ਤੁਹਾਨੂੰ ਪਤਾ, ਤੁਹਾਡੇ ਜਾਣ ਤੋਂ ਬਾਅਦ ਮੈਨੂੰ ਵੀ ਇਹ ਗੱਲ ਰਿਅਲਾਈਜ਼ ਹੋਈ, ਮੈਂ ਡੈਡੀ ਜੀ ਨੂੰ ਬਹੁਤ ਗਲਤ ਬੋਲੀ ਅੱਜ। ਜਾਣਾ ਬਣਦਾ ਉਹਨਾਂ।
ਬਸ ਹੁਣ ਤਾਂ ਇਹੀ ਅਰਦਾਸ ਹੈ ਕਿ ਉਹ ਜਿੱਤ ਕੇ ਮੁੜਨ। ਮੋਰਚਾ ਜਿੱਤ ਕੇ ਮੁੜਨਗੇ। ਕੋਟਨ ਕੋਟ ਧੰਨਵਾਦ ਤੇਰਾ ਵਾਹਿਗੁਰੂ। ਡੈਡੀ ਜੀ ਤਿਆਰੀ ਆ ਫਿਰ? ਹਾਂਜੀ ਧੰਨਵਾਦ ਤੁਹਾਡਾ। ਉਹ ਲੈ ਡੈਡੀ ਜੀ ਧੰਨਵਾਦ ਕਾਹਦਾ ਜੀ? ਰਮਨ ਆ ਲਓ ਡੈਡੀ ਜੀ ਆਪਣਾ ਪਾਸਪੋਰਟ ਤੇ ਟਿਕਟ। ਆਪਣਾ ਖਿਆਲ ਰੱਖਣਾ ਤੇ ਮੋਰਚਾ ਜਿੱਤ ਕੇ ਆਉਣਾ। ਥੈਂਕ ਯੂ ਬੇਟਾ, ਥੈਂਕ ਯੂ। दादाजी सरहंद जाके आयो। ਜ਼ਰੂਰ ਪੁੱਤਰ, ਜ਼ਰੂਰ ਜਾ ਕੇ ਆਉਂਗਾ। ਨਾਲੇ ਮੈਂ ਤੁਹਾਨੂੰ ਉੱਥੋਂ ਕੋਈ ਨਿਸ਼ਾਨੀ ਲਿਆ ਕੇ ਦੇਵਾਂ। दादाजी सानू जाके फोन कर दियो। ਜ਼ਰੂਰ ਪੁੱਤਰ, ਜ਼ਰੂਰ ਫੋਨ ਕਰੂੰ ਜਾ ਕੇ। ਚੰਗਾ ਬਈ, ਮੇਰੀ ਸਾਰੇ ਪਰਿਵਾਰ ਨੂੰ, ਤੁਹਾਨੂੰ ਬੱਚਿਆਂ ਨੂੰ ਤਾਕੀਦ ਆ ਮੈਂ ਤੁਹਾਨੂੰ ਇੱਕ ਹਾਰ ਦਿੰਨਾ। ਇਹ ਮੈਂ ਤੁਹਾਨੂੰ ਦੇ ਕੇ ਚੱਲਿਆ। ਜੇ ਤਾਂ ਮੈਂ ਜਿੱਤ ਕੇ ਆ ਗਿਆ ਤਾਂ ਮੇਰੇ ਗਲ 'ਚ ਪਾ ਦਿਓ, ਨਹੀਂ ਤਾਂ ਮੇਰੀ ਫੋਟੋ ਤੇ ਪਾ ਦਿਓ ਪੁੱਤਰੋ। ਨਹੀਂ ਡੈਡੀ ਜੀ ਅਸੀਂ ਤੁਹਾਡੇ ਗਲ 'ਚ ਪਾਵਾਂਗੇ, ਤੁਸੀਂ ਜਿੱਤ ਕੇ ਮੁੜਿਓ। ਧੰਨਵਾਦ ਤੁਹਾਡਾ ਤੇ ਅਰਦਾਸ ਕਰੋ ਵਾਹਿਗੁਰੂ ਅੱਗੇ ਕਿ ਅੰਦੋਲਨ ਦੀ ਜਿੱਤ ਹੋਵੇ। ਕਿਸਾਨਾਂ ਦੀ ਪੂਰੀ ਜਿੱਤ ਹੋਊਗੀ ਡੈਡੀ ਜੀ। ਜਿਉਂਦੇ ਰਹੋ ਪੁੱਤਰੋ। ਆ ਬਈ ਇੰਦਰ, ਲੇਟ ਨਾ ਹੋ। ਸੇ ਬਾਏ ਪੁੱਤ, ਬਾਏ 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 ਡੈਡੀ ਜੀ। ਹੁਣੇ ਤੁਸੀਂ ਇਹ ਸ਼ਾਰਟ ਫਿਲਮ ਵੇਖ ਰਹੇ ਸੀ ਪਰਦੇਸੋਂ ਪੰਜਾਬ। ਕੈਨਵੁੱਡ ਫਿਲਮਸ ਦੀ ਪੇਸ਼ਕਸ਼ ਸੀ। ਹਰਮਨ ਰਣਵਿਜੇ ਉਹਨਾਂ ਨੇ ਇਸ ਨੂੰ ਡਾਇਰੈਕਟ ਕੀਤਾ ਔਰ ਇਸ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਸਨ ਸਰਦਾਰ ਚਮਕੌਰ ਸਿੰਘ ਸੇਖੋਂ, ਪ੍ਰਸਿੱਧ ਢਾਡੀ ਅਤੇ ਸਰੰਗੀ ਵਾਦਕ। ਔਰ ਜਿਹੜੇ ਇਸ ਤਰ੍ਹਾਂ ਦੀਆਂ ਫਿਲਮਸ ਹਨ ਜਾਂ ਫਿਰ ਕਈ ਵਾਰੀ ਜਿਹੜੇ ਅਸੀਂ ਮਿਊਜ਼ਿਕ ਵੀਡੀਓਜ਼ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਹਾਂ ਟੈਲੀਵਿਜ਼ਨ ਦੇ ਉੱਤੇ, ਉਹਨਾਂ ਨੂੰ YouTube ਵਰਜ਼ਨ ਦੇ ਵਿੱਚੋਂ ਕਈ ਵਾਰੀ ਅਸੀਂ ਹਟਾ ਦਿੰਦੇ ਹਾਂ ਕਿਉਂਕਿ ਉਹ ਇੰਡੀਵਿਜੂਅਲ ਤੌਰ ਤੇ ਵੀ YouTube ਦੇ ਉੱਤੇ ਅਵੇਲੇਬਲ ਹੁੰਦੀਆਂ ਹਨ। ਇਹ ਫਿਲਮ ਵੀ ਤੁਸੀਂ YouTube ਤੇ ਵੇਖ ਸਕਦੇ ਹੋ। ਆਓ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਇੱਕ ਖਾਸ ਮੁਲਾਕਾਤ ਪੇਸ਼ ਕਰਦੇ ਹਾਂ। ਹਰਿਆਣਾ ਦੇ ਸਿਆਸੀ ਲੀਡਰ ਅਭੈ ਚੌਟਾਲਾ ਜੀ ਦੇ ਨਾਲ ਗੱਲਬਾਤ ਕਰ ਰਹੇ ਹਨ ਹਰਜਿੰਦਰ ਸਿੰਘ ਥੈਨ। ਅਭੈ ਚੌਟਾਲਾ ਜੀ ਦੇ ਬਾਰੇ ਕੋਈ ਜ਼ਿਆਦਾ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਪਤਾ ਹੀ ਹੈ ਕਿ ਉਹ ਕਿਸਾਨਾਂ ਦੇ ਮਸੀਹੇ ਦੇਵੀ ਲਾਲ ਜੀ ਜਿਹੜੇ ਕਿ ਚੀਫ ਮਿਨਿਸਟਰ ਰਹੇ ਨੇ ਹਰਿਆਣੇ ਦੇ, ਉਹਨਾਂ ਦੇ ਪੋਤਰੇ ਹਨ। MP ਰਹੇ ਨੇ, ਹੁਣ MLA ਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਕਿਸਾਨਾਂ ਦੇ ਬੜੇ ਹਮਦਰਦ ਨੇ, ਉਹਨਾਂ ਨੇ ਬੜੀ ਮਦਦ ਕੀਤੀ ਕਿਸਾਨਾਂ ਦੀ। ਬੇਸ਼ੱਕ ਉਹਨਾਂ ਦਾ ਭਤੀਜਾ ਦੁਸ਼ਯੰਤ ਚੌਟਾਲਾ ਡਿਪਟੀ ਮੁੱਖ ਮੰਤਰੀ ਹੈ BJP ਦੇ ਨਾਲ, ਉਹਨਾਂ ਨੇ ਸਮਝੌਤਾ ਕਰ ਲਿਆ, ਪਰ ਅਭੈ ਚੌਟਾਲਾ ਜਿਹੜੇ ਨੇ ਉਹ ਹਰਿਆਣੇ ਤੋਂ ਮੇਰੇ ਨਾਲ ਸ਼ਾਮਲ ਨੇ। ਅਭੈ ਚੌਟਾਲਾ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਜੀ ਜੀ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਚੌਟਾਲਾ ਸਾਹਿਬ, ਪਹਿਲਾਂ ਤਾਂ ਸਾਨੂੰ ਇਹ ਦੱਸੋ ਬਈ ਤੁਸੀਂ ਅਸਤੀਫਾ ਕਿਉਂ ਦੇ ਦਿੱਤਾ? ਅਸਤੀਫਾ ਮੈਂ ਚੌਧਰੀ ਦੇਵੀ ਲਾਲ ਨੇ ਹਮੇਸ਼ਾ ਕਿਸਾਨ ਦੀ ਲੜਾਈ ਲੜੀ। ਇਹ ਕੋਈ ਸਾਡੇ ਮੁਲਕ 'ਚ ਨਹੀਂ, ਦੁਨੀਆ 'ਚ ਜਿਹੜਾ ਕੋਈ ਖੇਤੀ ਨਾਲ ਜੁੜਿਆ ਉਹਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ 3 ਲੀਡਰ ਹੋਏ ਨੇ ਕਿਸਾਨਾਂ ਦੇ। ਪਹਿਲੇ ਸਰ ਛੋਟੂ ਰਾਮ ਹੋਏ ਸੀਗੇ, ਫਿਰ ਚੌਧਰੀ ਚਰਨ ਸਿੰਘ ਹੋਏ ਸੀ, ਫਿਰ ਚੌਧਰੀ ਦੇਵੀ ਲਾਲ ਹੋਏ ਸੀ। ਉਹਨਾਂ ਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਵੀ ਸਾਨੂੰ ਰਾਜਨੀਤਿਕ ਤੌਰ ਤੇ ਕੱਲ ਨੂੰ ਕੋਈ ਨੁਕਸਾਨ ਹੋ ਜਾਏਗਾ, ਪਰ ਉਹਨਾਂ ਨੇ ਕਿਸਾਨ ਦੇ ਨਾਲ ਖੜੇ ਹੋ ਕੇ ਉਹਦੀ ਬਾਂਹ ਬਣ ਕੇ ਤੇ ਉਹਨਾਂ ਨੇ ਮਦਦ ਕੀਤੀ। ਸਾਡੀ ਜਿਹੜੀ ਪਾਰਟੀ ਉਹ ਚੌਧਰੀ ਦੇਵੀ ਲਾਲ ਨੇ ਬਣਾਈ ਸੀ। ਜੇ ਸਾਡਾ ਕੋਈ ਕਾਰਜਕਰਤਾ, ਪਾਰਟੀ ਦਾ ਕੋਈ ਪਦਾਧਿਕਾਰੀ, ਪਾਰਟੀ ਦਾ ਕੋਈ MLA MP ਜੇ ਅੱਜ ਕਿਸਾਨ ਦੇ ਨਾਲ ਨਹੀਂ ਖੜੇਗਾ ਤੇ ਫਿਰ ਕੱਲ ਨੂੰ ਸਾਡੇ ਤੇ ਲੋਕਾਂ ਦਾ ਕੋਈ ਭਰੋਸਾ ਨਹੀਂ ਰਹੇਗਾ। ਪਰ ਦੂਸਰੇ ਪਾਸੇ ਚੌਟਾਲਾ ਸਾਹਿਬ, ਤੁਹਾਡਾ ਸਕਾ ਭਤੀਜਾ ਦੁਸ਼ਯੰਤ ਉਹ BJP ਦੇ ਨਾਲ ਹੈ ਔਰ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋ। ਇਹ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ? ਤੁਸੀਂ ਮੇਰਾ ਖਿਆਲ ਦਬਾਅ ਵੀ ਪਾਇਆ ਸੀ ਕਿ ਉਹਨੂੰ ਹਟ ਜਾਣਾ ਚਾਹੀਦਾ। ਬਸ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਬੰਦਾ ਕਿਸੇ ਪਾਰਟੀ ਦੇ ਖਿਲਾਫ ਲੜਾਈ ਲੜੇ, ਅੱਜ ਉਸੇ ਨਾਲ ਉਹ ਕੰਪਰੋਮਾਈਜ਼ ਕਰ ਲੇ ਤੇ ਕੋਈ ਨਾ ਕੋਈ ਲਾਲਚ ਤਾਂ ਆ ਜਾਂਦਾ ਨਾ। ਇਹ ਸਾਰਾ ਪੈਸਿਆਂ ਦਾ ਲਾਲਚ ਹੈ। BJP ਨੇ ਉਹਨਾਂ ਨੂੰ ਖਰੀਦ ਰੱਖਿਆ ਤੇ ਉਹਨਾਂ ਦੀ ਮਜਬੂਰੀ ਹੈ, ਉਹ ਵਿਚਾਰੇ ਵਿਕੇ ਨੇ। ਤੁਸੀਂ ਇੱਕ ਵਾਰੀ 2019 ਦੀ ਪਤਝੜ ਦੇ ਵਿੱਚ ਸ਼ਾਇਦ ਆਪਣੇ ਭਰਾ ਨਾਲ, ਅਜੇ ਚੌਟਾਲਾ ਨਾਲ, ਆਪਣੇ ਤੇਜਾ ਖੇੜਾ ਫਾਰਮ ਤੇ ਮੀਟਿੰਗ ਵੀ ਕੀਤੀ ਸੀ। ਉਦੋਂ ਬੜੀ ਆਸ ਬੱਝੀ ਸੀ ਸਾਰੇ ਲੋਕਾਂ ਨੂੰ ਕਿ ਦੋਨੋਂ ਭਰਾ ਜਿਹੜੇ ਆ ਹੁਣ ਉਹ ਕੰਪਰੋਮਾਈਜ਼ ਕਰ ਲੈਣਗੇ ਔਰ ਉਸ ਤੋਂ ਬਾਅਦ ਏਕਤਾ ਹੋ ਜਾਏਗੀ। ਕੀ ਵਜ੍ਹਾ ਹੋਈ ਕਿ ਏਕਤਾ ਨਾ ਹੋ ਸਕੀ? ਮੈਂ ਅਖੀਰੀ ਦਿਨ ਤੱਕ ਇਹ ਕੋਸ਼ਿਸ਼ ਕੀਤੀ ਸੀ
ਵੀ ਜਿਵੇਂ ਅਜੇ ਸਿੰਘ ਆਖ ਦੇਗਾ ਵੱਡਾ ਹੈ ਮੇਰੇ ਤੋਂ, ਤੇ ਮੈਂ ਵੱਡੇ ਭਰਾ ਨੂੰ ਆਦੇ ਪਿਤਾ ਦੀ ਥਾਂ ਸਮਝਦਾ ਰਿਹਾ ਹਮੇਸ਼ਾ। ਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਦੱਸੋ ਕੀ ਫੈਸਲਾ ਕਰਨਾ ਹੈ, ਕਿਵੇਂ ਕਰਨਾ ਹੈ, ਪਰ ਉਹ ਕਿਤੇ ਬੱਚਿਆਂ ਦੇ ਦਬਾਅ 'ਚ ਸੀ, ਉਹਦੀ ਆਪ ਦੇ ਬਸ ਦੀ ਗੱਲ ਨਹੀਂ ਸੀ, ਇਸ ਕਰਕੇ ਸ਼ਾਇਦ ਸਾਰਾ ਕੁਝ ਉਹ ਨਹੀਂ ਕਰ ਪਾਏ। ਤੇ ਹੁਣ ਇਸ ਅੰਦੋਲਨ ਬਾਰੇ ਸਾਨੂੰ ਦੱਸੋ। ਤੁਸੀਂ ਬਹੁਤ ਹੰਢੇ ਵਰਤੇ ਲੀਡਰ ਹੋ, ਕਿਸਾਨਾਂ ਦੇ ਨਾਲ ਤੁਹਾਡੀ ਹਮਦਰਦੀ ਹੈ, ਕਿਸਾਨ ਤੁਸੀਂ ਖੁਦ ਹੋ। ਹੁਣ ਕੋਈ ਵਿਚਕਾਰਲਾ ਰਸਤਾ ਨਿਕਲੇਗਾ ਜਾਂ ਕਿਸਾਨਾਂ ਦੀ ਜਿੱਤ ਹੋਵੇਗੀ ਜਾਂ ਇਸੇ ਤਰ੍ਹਾਂ ਖੱਜਲ ਖੁਆਰੀ ਹੋਰ ਵਧੇਗੀ? ਤੁਹਾਨੂੰ ਕੀ ਲੱਗਦਾ ਕੀ ਹੋ ਸਕਦਾ? ਇੱਕ ਵਾਰੀ ਨਾ 1907 'ਚ ਤੇ ਉਦੋਂ ਵੀ ਇਸ ਤਰ੍ਹਾਂ ਦੇ ਕਿਸੇ ਦੇ ਕਾਨੂੰਨ ਬਣਾ ਰਹੇ ਸੀਗੇ ਅੰਗਰੇਜ਼। ਸਰਦਾਰ ਅਜੀਤ ਸਿੰਘ ਜਿਹੜੇ ਸੀ, ਸ਼ਹੀਦ ਭਗਤ ਸਿੰਘ ਦੇ ਚਾਚਾ ਜਿਹੜੇ ਸੀ, ਉਹਨਾਂ ਨੇ ਇੱਕ ਐਜੀਟੇਸ਼ਨ ਸ਼ੁਰੂ ਕੀਤਾ ਸੀ। ਉਹਦਾ ਨਾਂ ਸੀ ਐਜੀਟੇਸ਼ਨ ਦਾ ਪਗੜੀ ਸੰਭਾਲ ਜੱਟਾ। 8 ਮਹੀਨੇ ਉਹ ਐਜੀਟੇਸ਼ਨ ਚੱਲਿਆ ਸੀ ਤੇ ਅੰਗਰੇਜ਼ ਨੂੰ ਮਜਬੂਰ ਹੋ ਕੇ ਉਹ ਕਾਨੂੰਨ ਵਾਪਿਸ ਲੈਣੇ ਪਏ ਤੇ ਅੰਗਰੇਜ਼ ਨੂੰ ਮਾਫੀ ਮੰਗਣੀ ਪਈ ਕਿਸਾਨਾਂ ਤੋਂ ਵੀ ਅਸੀਂ ਗਲਤ ਕਰ ਰਹੇ ਸੀ ਤੁਹਾਡੇ ਨਾਲ। ਉਦੋਂ ਤਾਂ ਕੋਈ ਪੜ੍ਹਿਆ ਲਿਖਿਆ ਵੀ ਨਹੀਂ ਸੀ, ਉਦੋਂ ਕੋਈ ਸੋਸ਼ਲ ਮੀਡੀਆ ਨਹੀਂ ਸੀ, ਉਦੋਂ ਇਲੈਕਟ੍ਰੋਨਿਕ ਮੀਡੀਆ ਨਹੀਂ ਸੀ, ਨਿਊਜ਼ਪੇਪਰ ਨਹੀਂ ਸੀਗਾ। ਤਾਂ ਬਹੁਤ ਸਾਰੇ ਸਾਧਨ ਹੈ, ਤਾਂ ਇੱਕ ਮਿੰਟ ਦੀ ਖਬਰ ਲੋਕਾਂ ਦੇ ਵਿੱਚ ਜਾਂਦੀ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨਾ, ਇਹ ਗੱਲ ਵੀ ਤੁਸੀਂ ਇਹ ਸਮਝੋ ਕਿ ਨਾਲ ਦੀ ਨਾਲ ਬ੍ਰੌਡਕਾਸਟ ਹੋ ਰਹੀ ਹੈ। ਹਰ ਹਾਲਤ 'ਚ ਸਰਕਾਰ ਨੂੰ ਕਿਸਾਨ ਦੀ ਗੱਲ ਮੰਨਣੀ ਪੈਣੀ ਹੈ। ਸਰਕਾਰ 100% ਆਪਦੇ ਨਸਮਸਤਕ ਹੋਏਗੀ ਕਿਸਾਨ ਦੇ ਸਾਹਮਣੇ ਤੇ ਕਿਸਾਨ ਜਿੱਤੇਗਾ। ਅਬੇ ਚਟਾਲਾ ਜੀ, ਇਸ ਅੰਦੋਲਨ ਦੇ ਬਹੁਤ ਨੁਕਸਾਨ ਵੀ ਹੋ ਗਿਆ ਇਸ ਨਾਲ, ਲੇਕਿਨ ਇੱਕ ਗੱਲ ਇਹ ਚੰਗੀ ਇਹ ਨਿਕਲੀ ਕਿ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ ਦੀ ਨੇੜਤਾ ਬਹੁਤ ਵੱਧ ਗਈ ਹੈ। ਸਾਡੇ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਕਈ ਵਾਰੀ ਕਾਂਗਰਸ ਨੇ ਕੋਈ ਇਸ ਤਰ੍ਹਾਂ ਦੀ ਯੋਜਨਾ ਬਣਾਈ, ਕਈ ਵਾਰੀ ਬੀਜੇਪੀ ਨੇ ਵੀ ਬਣਾਈ, ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਡਾ ਭਾਈਚਾਰਾ ਹਮੇਸ਼ਾ ਹੀ ਕਾਇਮ ਰਿਹਾ ਤੇ ਹੁਣ ਹੋਰ ਜ਼ਿਆਦਾ ਮਜ਼ਬੂਤ ਹੋ ਗਿਆ। ਅਬੇ ਚਟਾਲਾ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਮਾਂ ਦੇਣ ਲਈ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਜ਼ਰੂਰ ਜ਼ਰੂਰ, ਥੈਂਕ ਯੂ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ ਸਮਾਂ ਸਮਾਪਤੀ ਦੇ ਨਜ਼ਦੀਕ ਹੈ। ਅੱਜ ਜੇ ਗੱਲਬਾਤ ਹਰ ਪਾਸੇ ਚੱਲ ਰਹੀ ਹੈ ਤਾਂ ਉਹ ਇਸ ਕਿਸਾਨੀ ਸੰਘਰਸ਼ ਦੀ ਹੀ ਚੱਲ ਰਹੀ ਹੈ, ਜਿਸ ਦੇ ਨਾਲ ਸੰਬੰਧਿਤ ਰੈਲੀਜ਼ ਜਿਹੜੀਆਂ ਹਨ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਲਗਾਤਾਰ ਜਾਰੀ ਹਨ। 26 ਜਨਵਰੀ ਨੂੰ ਸਰੀ ਦੇ ਵਿੱਚ ਵੀ ਇੱਕ ਕਿਸਾਨ ਰੈਲੀ ਹੋਈ ਜਿਹੜੀ ਕਿ ਵੈਨਕੂਵਰ ਤੱਕ ਗਈ। ਇਹ ਪ੍ਰੋਗਰਾਮ ਉਦੋਂ ਤੱਕ ਰਿਕਾਰਡ ਹੋ ਚੁੱਕਾ ਸੀ, ਪਰ ਇਸ ਤੋਂ ਪਹਿਲਾਂ ਪਿਛਲੇ ਵੀਕਐਂਡ ਤੇ ਇੱਕ ਰੈਲੀ ਐਬਸਪੋਰਟ ਦੇ ਵਿੱਚ ਵੀ ਹੋਈ। ਹਾਜ਼ਰ ਕਰਦੇ ਹਾਂ ਉਸ ਦੀਆਂ ਕੁਝ ਝਲਕੀਆਂ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਅਗਲੇ ਹਫ਼ਤੇ ਤੱਕ ਬਲਜਿੰਦਰ ਸਿੰਘ ਅਟਵਾਲ ਨੂੰ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਐਮਪੀ ਆਏ ਨੇ, ਉਹਨਾਂ ਨੇ ਬੋਲਣਾ ਤੇ ਮੀਡੀਆ ਨੂੰ ਕਵਰ ਕਰਨਾ, ਹੋਰ ਤੇ ਬਹੁਤਾ ਕੁਝ ਹੋਣਾ ਨਹੀਂ। ਸੋ ਪਲੀਜ਼ ਆਪਣੀਆਂ ਕਾਰਾਂ ਦੇ ਵਿੱਚ ਹੀ ਬੈਠੇ ਰਹੋ ਤਾਂ ਚੰਗਾ ਹੋਊਗਾ। ਪਲੀਜ਼ ਕੀਪ ਸੋਸ਼ਲ ਡਿਸਟੈਂਸ, ਫਾਲੋ ਆਲ ਦਾ ਕੋਵਿਡ-19 ਗਾਈਡਲਾਈਨ। ਸੋ ਵੀ ਆਰ ਸਪੋਰਟਿੰਗ ਆਵਰ ਫਾਰਮਰਸ, ਸੋ ਬੀ ਨਾਈਸ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਸੋਨੀ ਧੁੱਗੇ ਵੀਰ ਉਹਨਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ। ਸੋ ਬਿੱਟੂ ਮਾਲਵਾ ਜੀ ਉਹਨਾਂ ਦਾ। ਸੋ ਇਹ ਦੋਨਾਂ ਵੀਰਾਂ ਦਾ ਸਹਿਯੋਗ ਨਾਲ ਅੱਜ ਤਿੰਨੇ ਸੁਸਾਇਟੀਆਂ ਜਿਹੜੀਆਂ ਇਕੱਠੀਆਂ ਹੋਈਆਂ ਨੇ। ਸੋ ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਜਾ ਕੇ ਕੁਰਬਾਨੀਆਂ ਦਿੱਤੀਆਂ ਸੀ। ਹਮੇਸ਼ਾ ਐਬਸਪੋਰਟ ਦੀ ਧਰਤੀ ਤੋਂ ਸਟਾਰਟ ਹੁੰਦਾ ਆਇਆ ਕੰਮ। ਅੱਜ ਵੀ ਜਿਹੜਾ ਇਹ ਇੰਨੀ ਵੱਡੀ ਗਿਣਤੀ ਦੀ ਸੰਗਤਾਂ ਪਹੁੰਚਿਓ। किसान मजदूर एकता, किसान मजदूर एकता, बोले सोनिहाल। ਇਹ ਜਿਹੜੇ 3 ਕਾਲੇ ਕਾਨੂੰਨ ਹੈ ਇੰਡੀਆ ਦੀ ਸਰਕਾਰ ਨੇ ਦਿੱਤੇ ਹੋਏ ਆ, ਇਹ ਵਾਪਸ ਲਓਗੇ। ਗਲੇ 'ਚ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ ਜ਼ਮਾਨਾ ਰੁਕ ਗਿਆ, ਤੇਰਾ ਉਹੀ ਅੰਦਾਜ਼ ਦੇਖਣ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੈਡ ਐਫਐਮ ਦਾ ਬਹੁਤ ਬਹੁਤ ਧੰਨਵਾਦ ਆ। ਕਾਲੇ ਭਾਜੀ ਹੁਣੀ ਆਪ ਆਏ ਨੇ ਔਰ ਖੁਸ਼ੀ ਹੁੰਦੀ ਆ ਜਦੋਂ ਵੱਡੇ ਭਰਾ ਕੇ ਸਾਥ ਦਿੰਦੇ ਨੇ। ਬਹੁਤ ਬਹੁਤ ਮੈਨੂੰ ਖੁਸ਼ੀ ਹੋਈ ਆ। ਬਾਕੀ ਮੈਂ ਨਾਰਾ ਲਾਉਂਗਾ ਇੱਕ ਵਾਰੀ ਜੋਸ਼ ਦੇ ਨਾਲ, ਬੋਲੇ ਸੋਨਿਹਾਲ। ਕਿਸਾਨ ਮਜ਼ਦੂਰ ਏਕਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ